पद पंकज बंदन पाद पंकज बंदन सिमरायंगद दोख निकंदन अमरदास गुर ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜੁਨ ਬਿਗਨਾਨ ਕੇ ਨਾਸਕ ਬਿਗਨਾਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਰੋ ਪਇਓ ਜਬ ਗੁਰੂ ਅਗਾਰੀ ਹਿਤ ਅਰਦਾਸ ਕਰਨ ਸੁਖਕਾਰੀ ਖਤਰੀ ਏਕ ਦੇਵੀ ਚੰਦ ਨਾਮ ਗੋਇੰਦ ਵਾਲਹੁ ਤੋ ਜਿਸ ਧਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਲੜੀਵਾਰ ਰੂਪ ਦੇ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਜਿਵੇਂ ਸ਼ਹੀਦੋਂ ਕੇ ਸਰਤਾਜ ਕਲਜੋ ਕੇ ਜਹਾਜ ਮਹਾਰਾਜ ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਲ ਤੋਂ ਤਰਨ ਤਾਰਨ ਸਾਹਿਬ ਜੀ ਦੇ ਪਾਵਨ ਸਥਾਨ ਉੱਪਰ ਪਹੁੰਚੇ ਹਨ। ਬੇਅੰਤ ਚੋਜ ਹੋਇਆ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ। ਵੱਖ ਵੱਖ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਸਤਿਗੁਰਾਂ ਦੇ ਪਾਸ ਗੁਰਸਿੱਖ ਚੱਲ ਕੇ ਆਉਂਦੇ। ਅਖੀਰਲੇ ਗੁਰਸਿੱਖ ਭਾਈ ਸਾਈਂ ਦਾਸ ਜੀ ਸਾਹਿਬ ਆਏ, ਜਿਨ੍ਹਾਂ ਦਾ ਜੜੀਆ ਗੋਤ ਹੈ। ਗਰੀਬ ਨਵਾਜ ਮਹਾਰਾਜ ਜੀ ਨੂੰ ਆਣ ਕੇ ਬੇਨਤੀ ਕੀਤੀ, ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਦਇਆ ਕਰੋ, ਗਰੀਬ ਨਵਾਜ ਰਹਿਮਤ ਕਰੋ, ਕਿਰਪਾ ਕਰਕੇ ਐਸਾ ਉਪਦੇਸ਼ ਦ੍ਰਿੜਾਵੋ ਕਿ ਇਹ ਮਨ ਜਿਹੜਾ ਹੈ
ਇਹ ਸਦਾ ਹੀ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਵੇ। ਆਪ ਜੀ ਦਾ ਉਪਦੇਸ਼ ਹੈ, ਆਪ ਕਹਿਓ ਮਨ ਕਰੋ ਇਕਾਗਰ, ਪਠੋ ਸੁਨੋ ਗੁਰ ਸ਼ਬਦ ਉਚ ਉਜਾਗਰ। ਆਪ ਜੀ ਨੇ ਆਖਿਆ ਕਿ ਪ੍ਰੇਮ ਸਹਿਤ ਮਹਾਰਾਜ ਦੀ ਬਾਣੀ ਪੜ੍ਹਨੀ ਹੈ ਤੇ ਇਕਾਗਰ ਸ਼ਬਦ, ਇਕਾਗਰ ਹੋ ਕੇ ਸ਼ਬਦ ਨੂੰ ਪੜ੍ਹਨਾ ਤੇ ਸੁਣਨਾ ਹੈ। ਪਰ ਮਹਾਰਾਜ ਦੇ ਮਨ ਟਿਕਦਾ ਨਹੀਂ ਹੈ, ਆਪ ਕਿਰਪਾ ਕਰਕੇ ਦੱਸੋ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਸਾਈਂ ਦਾਸ ਜੀ ਸਾਹਿਬ ਜੀ ਦੇ ਤਾਈਂ ਫਰਮਾਇਆ, ਸੁਣ ਸ੍ਰੀ ਮੁਖ ਤੇ ਜਤਨ ਬਤਾਇਓ। ਸੁਣ ਕੇ ਮਹਾਰਾਜ ਨੇ ਜਤਨ ਦੱਸਿਆ, ਮਨ ਗਤ ਕੋ ਅਬ ਤਉ ਲਖ ਪਾਇਓ। ਮਹਾਰਾਜ ਕਹਿਣ ਲੱਗੇ, ਭਾਈ ਸਾਈਂ ਦਾਸ ਜੀ, ਸੋ ਜਿਹੜਾ ਮਨਮੁਖ ਹੈ ਉਹਨੂੰ ਤੇ ਆਪਣੇ ਮਨ ਦੀ ਗਤੀ ਨਹੀਂ ਪਤਾ ਲੱਗਦੀ, ਉਹਨੂੰ ਤੇ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਮੇਰਾ ਮਨ ਭੜਕਦਾ ਹੈ ਕਿ ਨਹੀਂ ਭੜਕਦਾ ਹੈ। ਮਹਾਰਾਜ ਕਹਿੰਦੇ ਇੰਨੀ ਤੇ ਬੜੀ ਵੱਡੀ ਗੱਲ ਹੈ ਨਾ ਕਿ ਪਤਾ ਚੱਲ ਗਿਆ ਟਿਕੈ ਕਿ ਨਹੀਂ, ਜਾਨ ਸਭ ਲੀਨੋ, ਇਸ ਬਿਦ ਕੋ ਪੂਰਬ ਨਹਿ ਚੀਨੋ। ਕਹਿੰਦੇ ਟਿਕਦਾ ਕਿ ਨਹੀਂ ਟਿਕਦਾ, ਘੱਟੋ ਘੱਟ ਇੰਨੀ ਕੁ ਤਾਂ ਗੱਲ ਤੁਸਾਂ ਨੇ ਜ਼ਰੂਰ ਜਾਣੀ ਹੈ ਨਾ, ਇੰਨੀ ਗੱਲ ਜਾਣ ਲੈਣੀ, ਕੁਛ ਰਸਤਾ ਤੈਅ ਹੋ ਜਾਣਾ ਹੈ। ਰਹੀ ਗੱਲ ਮੰਜ਼ਲ ਦੀ, ਮਨ ਨੂੰ ਇਕਾਗਰ ਕਰਨ ਦੀ, ਉਹਦੇ ਲਈ ਗਰੀਬ ਨਵਾਜ ਮਹਾਰਾਜ ਜੀ ਨੇ ਅੱਗੇ ਬਚਨ ਕਹੇ। ਸਤਿਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ, ਭਾਈ ਮਹਾਰਾਜ ਦੀ ਬਾਣੀ ਨੂੰ ਪੜ੍ਹੋ ਤੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰੋ। ਜੇ ਮਨ ਇੱਧਰ ਉੱਧਰ ਪਦਾਰਥਾਂ ਵੱਲ, ਦੁਨੀਆਦਾਰੀ ਵੱਲ, ਲੋਭ ਦੀ ਪੂਰਤੀ, ਕਾਮ ਦੀ ਪੂਰਤੀ ਜਾਂ ਹੰਕਾਰ ਦੀ ਪੂਰਤੀ ਆਦਿਕ ਵੱਲ ਜਾਵੇ, ਮਹਾਰਾਜ ਕਹਿੰਦੇ ਜਿਸ ਪਦਾਰਥ ਵੱਲ ਮਨ ਜਾ ਰਿਹਾ ਨਾ, ਉਸ ਪਦਾਰਥ ਦੇ ਮਿਥਿਆ ਹੋਣ ਦਾ ਵਿਚਾਰ ਆਪਣੇ ਮਨ ਵਿੱਚ ਕਰੋ। ਜਿਵੇਂ ਮੰਨ ਲਓ ਜੇ ਪਾਠ ਕਰਦੇ ਆ, ਮਨ ਲੋਭ ਵਾਲੇ ਪਾਸੇ ਜਾਂਦਾ, ਪਦਾਰਥਾਂ ਵਾਲੇ ਪਾਸੇ, ਤੇ ਮਹਾਰਾਜ ਦੀ ਬਾਣੀ ਪੜ੍ਹਦੇ ਆ, ਇੰਨਾ ਕੁ ਤਾਂ ਮਨ ਵਿੱਚ ਵਲਵਲਾ ਆਉਣਾ ਚਾਹੀਦਾ ਕਿ ਮੈਂ ਜੋ ਕੁਛ ਵੀ ਪ੍ਰਾਪਤ ਕਰ ਲਵਾਂ, ਜਿੰਨਾ ਮਰਜ਼ੀ ਪ੍ਰਾਪਤ ਕਰ ਲਵਾਂ, ਜਾਣਾ ਤੇ ਮੇਰੇ ਹੈ ਨਾਲ ਹੈ ਕੋਈ ਨਹੀਂ। ਇੰਨੀ ਗੱਲ ਮਨ ਨੂੰ ਉਸ ਵੇਲੇ ਸਮਝਾ ਦੇਣੀ, ਉਹ ਪਦਾਰਥ ਝੂਠਾ ਤੇ ਨਾਸ਼ਮੰਤ ਮਨ ਨੂੰ ਦਿਖਾ ਦੇਣਾ। ਜੇ ਕਾਮ ਚੇਸ਼ਟਾ ਵਾਲੇ ਪਾਸੇ ਜਾਵੇ ਮਨ, ਹੰਕਾਰ ਦੀ ਪੂਰਤੀ ਵਾਲੇ ਪਾਸੇ ਜਾਵੇ ਮਨ, ਤੇ ਇਸ ਪ੍ਰਕਾਰ ਜਿਸ ਵੀ ਪਾਸੇ ਮਨ ਜਾਂਦਾ ਹੈ ਉਸ ਪਾਸੇ ਦੀ ਨਾਸ਼ਮੰਤਤਾ ਜੋ ਹੈ ਉਹ ਦਿਖਾ ਦੇਣੀ। ਤਾਂ ਮਨ ਨੂੰ ਪਤਾ ਲੱਗੇਗਾ ਕਿ ਮੈਂ ਜਿੱਧਰ ਵੀ ਜਾਣਾ ਉਧਰ ਫੋਕਲ ਹੀ ਹੈ, ਫੋਕਟ ਹੀ ਹੈ ਸਭ ਕੁਛ, ਵਾਸਤਵਿਕਤਾ ਜੋ ਹੈ ਉਹ ਤੇ ਕਿਸੇ ਪਾਸੇ ਵੀ ਦਿਖਾਈ ਨਹੀਂ ਪੈਂਦੀ। ਫਿਰ ਮਨ ਜਿਹੜਾ ਹੈ ਪਦਾਰਥਾਂ ਨੂੰ ਛੱਡ ਕੇ ਪਰਮਾਤਮਾ ਵੱਲ ਜੁੜੇਗਾ। ਤੇ ਜੁੜੇਗਾ ਕਿਵੇਂ, ਇਹਦੀ ਮਹਾਰਾਜ ਜੀ ਨੇ ਉਦਾਹਰਨ ਸਮਝਾਈ। ਕੱਲ ਦੀ ਕਥਾ, ਅਖੀਰਲਾ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਸਿੱਖਾਂ ਨੂੰ ਉਪਦੇਸ਼ ਦਾ। ਮਹਾਰਾਜ ਕਹਿੰਦੇ, ਜਿਮ ਅੜੀਅਲ ਅਸਕੋ ਅਸਵਾਰ, ਸਨੈ ਸਨੈ ਤੇ ਅੱਗਰ ਦਿਖਾ। ਜਿਵੇਂ ਕੋਈ ਅੜੀਅਲ ਘੋੜਾ ਹੋਵੇ, ਆਪ ਜੀ ਵਿੱਚੋਂ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਘੋੜ ਸਵਾਰੀ ਦਾ ਸ਼ੌਂਕ ਹੈ, ਘੋੜੇ ਰੱਖੇ ਨੇ, ਪਾਲਦੇ ਨੇ, ਗੁਰੂ ਕੇ ਨਿਹੰਗ ਸਿੰਘ, ਗੁਰੂ ਕੇ ਖਾਲਸੇ, ਗੁਰੂ ਕੀਆਂ ਫੌਜਾਂ, ਉਹਨਾਂ ਨੂੰ ਪਤਾ ਹੋਵੇਗਾ। ਮਾੜੇ ਬੰਦੇ ਨੇ ਘੋੜੇ ਦੀ ਕੀ ਸਵਾਰੀ ਕਰਨੀ ਹੈ ਭਾਈ, ਘੋੜੇ ਨੂੰ ਕੀ ਚਲਾਉਣਾ ਹੈ। ਮਾੜੇ ਬੰਦੇ ਨੂੰ ਤੇ ਘੋੜਾ ਚਲਾ ਜਾਂਦਾ ਕਈ ਵਾਰੀ, ਐਸਾ ਧਰੁੰਦਾ ਉਹਨੂੰ ਕਿ ਉਹਦੀ ਜੱਗ ਹਸਾਈ ਹੁੰਦੀ। ਤੇ ਇੱਕ ਉਹ ਘੋੜਾ ਜਿਹੜਾ ਅੜੀਅਲ ਘੋੜਾ ਹੋਵੇ, ਅੜਬ, ਸਾਧ ਸੰਗਤ ਜੀ, ਉਹਨੂੰ ਵਸ ਵਿੱਚ ਕਰਨਾ, ਲਗਾਮ ਪਾਉਣੀ, ਉਹਨੂੰ ਚਾਲੇ ਪਾਉਣਾ, ਕੋਈ ਖਾਲਾ ਜੀ ਦਾ ਵਾਲਾ ਥੋੜਾ ਨਾ, ਹਰ ਬੰਦਾ ਨਹੀਂ ਉਹਨੂੰ ਘੋੜੇ ਨੂੰ ਸੱਟ ਕਰ ਸਕਦਾ। ਤਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਹੌਲੀ ਹੌਲੀ ਅੜੀਅਲ ਘੋੜੇ ਨੂੰ ਸੱਟ ਕਰੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਥਾ ਹੁੰਦੀ, ਜਦੋਂ ਮਹਾਰਾਜ ਸੁਲਤਾਨਪੁਰ ਸਾਹਿਬ ਮਸੀਤ ਵਿੱਚ ਗਏ ਨੇ ਨਾ, ਉਦੋਂ ਮਹਾਰਾਜ ਨੇ ਦੱਸਿਆ ਕਾਜੀ ਦੇ ਤਾਈਂ ਤੇ ਨਵਾਬ ਦੇ ਤਾਈਂ ਕਿ ਤੁਹਾਡਾ ਮਨ ਭਟਕਦਾ। ਫਿਰ ਉਹ ਮਹਾਰਾਜ ਦੇ ਸਿੱਖ ਹੋਏ, ਉਹਨਾਂ ਨੇ ਕਿਹਾ ਮਹਾਰਾਜ ਦੱਸੋ ਮਨ ਕਿਵੇਂ ਇਕਾਗਰ ਹੋਵੇ। ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਸੁਨੋ ਖਾਨ ਦਾ ਕਾਨ ਪ੍ਰਬਲ ਮਨ ਲੋਲ ਹੈ, ਰੋਕਨ ਹੈ ਇਸ ਕਠਨ ਰੁਕੈ ਤਾਂ ਅਮੋਲ ਹੈ, ਬਿਨ ਰੋਕੇ ਸਭ ਫੋਕ ਪਠਨ ਪੁਨ ਸੁਣਨ ਜੋ। ਉਹਦੇ 'ਚ ਬਚਨ ਆਉਂਦੇ, ਮਹਾਰਾਜ ਕਹਿੰਦੇ ਮਨ ਜਿਹੜਾ ਹੈ ਘੋੜੇ ਦੀ ਤਰ੍ਹਾਂ, ਜਿਵੇਂ ਘੋੜੇ ਨੂੰ ਮਸਾਲਾ ਦੇਣਾ ਹੋਵੇ ਤੇ ਬੜਾ ਹੱਠ ਚਾਹੀਦਾ, ਬੜੀ ਜਿੱਦੀ ਚਾਹੀਦਾ ਬੰਦਾ, ਬਹੁਤ ਜ਼ਿਆਦਾ। ਮਾੜਾ ਬੰਦਾ ਸੋਚਦਾ ਘੋੜੇ ਨਾਲ ਧੱਕਾ ਨਾ ਕਰੋ ਜੀ, ਨਹੀਂ ਲੈਂਦਾ ਜੀ ਮਸਾਲਾ। ਤੇ ਜਿਹੜਾ ਚੰਗਾ ਸਵਾਰ ਹੁੰਦਾ ਨਾ, ਜਬਾੜਿਆਂ ਵਿੱਚ ਪਾ ਕੇ ਅੰਗੂਠਾ ਤੇ ਨਾਲ ਦੀਆਂ ਉਂਗਲਾਂ ਜਬਾੜਾ ਖੋਲਦਾ, ਤੇ ਘੋੜੇ ਦਾ ਮੂੰਹ ਬਹੁਤ ਲੰਮਾ ਹੁੰਦਾ, ਸ਼ਾਇਦ ਤੁਸੀਂ ਕਦੇ ਮਹਿਸੂਸ ਕੀਤਾ ਹੋਵੇ। ਕੂਣੀ ਤੱਕ, ਅਰਕ ਤੱਕ ਉਹਦੇ ਮੂੰਹ ਦੇ ਵਿੱਚ ਹੱਥ ਚਲਾ ਜਾਂਦਾ, ਬਹੁਤ ਲੰਮਾ ਹੁੰਦਾ ਘੋੜੇ ਦਾ ਚਿਹਰਾ, ਸ਼ਾਇਦ ਤੁਹਾਡੇ ਧਿਆਨ 'ਚ ਆ ਰਿਹਾ ਹੋਵੇ। ਤੇ ਅਰਕ ਤੱਕ ਹੱਥ ਅੰਦਰ ਧੱਕ ਕੇ ਨਾ ਚੰਗਾ ਸਵਾਰ ਫਿਰ ਉਹਨੂੰ ਮਸਾਲਾ ਦਿੰਦਾ। ਪਹਿਲਾਂ ਤੇ ਘੋੜਾ ਥੋੜਾ ਜਿਹਾ ਅੜਦਾ ਕਿਉਂਕਿ ਉਹਨੂੰ ਮਸਾਲਾ ਕੌੜਾ ਲੱਗਦਾ, ਤੇ ਫਿਰ ਉਹ ਮਸਾਲਾ ਲੈਂਦਾ, ਉਹਦੇ ਨਾਲ ਉਹਦੇ ਰੋਗ ਦੂਰ ਹੋ ਜਾਂਦੇ ਨੇ, ਫਿਰ ਉਹ ਸਿੱਧਾ ਹੋ ਕੇ ਟੁਰਦਾ।
ਸਾਧ ਸੰਗਤ ਜੀ ਹੱਠ ਤੋਂ ਬਿਨਾ ਜਿਹੜਾ ਨਾ ਉਹ ਘੋੜਾ ਮਸਾਲਾ ਨਾ ਲਵੇ ਤੇ ਉਹਦਾ ਅੜੀਅਲਪਣ ਜਿਹੜਾ ਉਹ ਠੀਕ ਨਾ ਹੋਵੇ, ਉਹ ਚਾਲੇ ਵੀ ਨਾ ਪਵੇ। ਤੇ ਮਨ ਵੀ ਜਿਹੜਾ ਸਾਧ ਸੰਗਤ ਜੀ ਘੋੜੇ ਵਰਗਾ ਹੀ ਹੈ ਨਾ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਆਖਿਆ, 10ਵੇਂ ਪਾਤਸ਼ਾਹ ਨੇ ਖਾਲਸਾ ਸੋਏ ਜੋ ਚੜ੍ਹੇ ਤਰੰਗ, ਮਨ ਰੂਪੀ ਘੋੜੇ ਤੇ ਪ੍ਰਤੱਖ ਘੋੜੇ ਤੇ ਵੀ ਚੜ੍ਹਨਾ। ਮਹਾਰਾਜ ਕਹਿੰਦੇ ਜਿਵੇਂ ਅੜੀਅਲ ਘੋੜਾ ਹੋਵੇ ਤੇ ਚੰਗਾ ਸਵਾਰ ਜਿਹੜਾ ਉਹਨੂੰ ਹੌਲੀ ਹੌਲੀ ਸੈੱਟ ਕਰਦਾ ਨਾ, ਇਸ ਪ੍ਰਕਾਰ ਮਹਾਰਾਜ ਕਹਿੰਦੇ ਹੌਲੀ ਹੌਲੀ ਗੁਰੂ ਦੇ ਸ਼ਬਦ ਦੇ ਲਗਾਮ ਪਾ ਕੇ ਇਸ ਮਨ ਨੂੰ ਸਾਧ ਸੰਗਤ ਜੀ ਦ੍ਰਿੜ ਕਰਨਾ, ਚਾਲੇ ਪਾਉਣਾ। ਮਨ ਨੇ ਹੋਰ ਕਰਨਾ ਵੀ ਕੀ ਹੈ? ਘੋੜੇ ਨੇ ਕੀ ਕਰਨਾ ਹੋਰ ਸਵਾਰੀ ਤੋਂ ਬਿਨਾ? ਮਨ ਨੇ ਹੋਰ ਕੀ ਕਰਨਾ ਭਾਈ? ਇਹਦੇ ਨਾਲ ਜਿੰਨੀ ਮੰਜ਼ਲ ਤੈਅ ਹੋਵੇ ਸਾਧ ਸੰਗਤ ਜੀ ਉਨਾ ਹੀ ਭਲਾ। ਘੋੜਾ ਵੀ ਬੜਾ ਸਮਝਦਾਰ ਹੈ ਤੇ ਮਨ ਜਿਹੜਾ ਹੈ ਨਾ ਸਾਧ ਸੰਗਤ ਜੀ ਉਹ ਵੀ ਬਹੁਤ ਜ਼ਿਆਦਾ ਸਮਝਦਾਰ। ਘੋੜਾ ਵੀ ਕਦੇ ਬੁੜਾ ਨਹੀਂ ਹੁੰਦਾ ਤੇ ਮਨ ਵੀ ਕਦੇ ਬੁੜਾ ਨਹੀਂ ਹੁੰਦਾ, ਜਿਹਨੂੰ ਖੁਰਾਕ ਮਿਲਦੀ ਜਾਵੇ। ਸਾਧ ਸੰਗਤ ਜੀ ਬੁਢਾਪੇ ਵਿੱਚ ਵੀ ਕੋਈ ਭਜਨ ਕਰ ਸਕਦਾ ਹੈ। ਇਹ ਬਾਬਾ ਅਮਰਦਾਸ ਜੀ ਸਾਹਿਬ ਜੀ ਨੇ, ਗੁਰੂ ਅਮਰਦਾਸ ਸਤਿਗੁਰਾਂ ਨੇ ਸਾਡੇ ਤਾਈਂ ਫਰਮਾਇਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਸ ਵੱਖ-ਵੱਖ ਥਾਵਾਂ ਤੋਂ ਸਿੱਖ ਆਉਂਦੇ, ਸਵਾਲ ਕਰਦੇ, ਮਹਾਰਾਜ ਉਹਨਾਂ ਦਾ ਜਵਾਬ ਦਿੰਦੇ। ਕੱਲ ਦੀ ਕਥਾ ਵਿੱਚ ਸੁਣਿਆ, ਇਸ ਤਰ੍ਹਾਂ ਮਹਾਰਾਜ ਦੇ ਮਨ ਵਿੱਚ ਇੱਛਾ ਆਈ ਕਿ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਗੁਰੂ ਮਹਾਰਾਜ ਦੇ ਨਾਨਕੇ ਘਰੇ ਉੱਥੇ ਜਾਇਆ ਜਾਵੇ। ਜਦੋਂ ਮਹਾਰਾਜ ਸਾਧ ਸੰਗਤ ਜੀ ਟੁਰੇ ਤੇ ਰਸਤੇ ਵਿੱਚ ਤਰਨ ਤਾਰਨ ਦਾ ਸਥਾਨ ਜਿੱਥੇ ਹੈ ਉੱਥੇ ਮਹਾਰਾਜ ਸੁਭਾਏਮਾਨ ਹੋਏ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ। ਮਹਾਰਾਜ ਜੀ ਨੇ ਧਿਆਨ ਧਰ ਕੇ ਦੇਖਿਆ ਕਿ ਇਹ ਤਾਂ ਬਹੁਤ ਪ੍ਰਾਤਨ ਸਨਾਤਨ ਤੀਰਥ ਹੈ ਤਰਨ ਤਾਰਨ ਸਾਹਿਬ ਜੀ ਦਾ, ਤੇ ਇਸ ਤੀਰਥ ਨੂੰ ਪ੍ਰਗਟ ਕਰਨਾ ਚਾਹੀਦਾ। ਇੱਥੇ ਬੜੇ ਬੜੇ ਰੱਬ ਦੇ ਪਿਆਰੇ ਭਜਨੀਕ ਬੰਦਗੀ ਵਾਲੇ ਬੰਦਗੀ ਕਰਦੇ ਰਹੇ ਨੇ ਤੇ ਇੱਥੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਪ੍ਰਾਪਤ ਹੋਵੇਗਾ। ਇਹ ਬਚਨ ਜਾਣ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਡੇਰੇ ਕੀਤੇ। ਜਦੋਂ ਡੇਰੇ ਕੀਤੇ ਸਾਧ ਸੰਗਤ ਜੀ ਇਸ ਸਥਾਨ ਦਾ ਝਗੜਾ ਚੱਲਦਾ ਸੀ। ਪਲਾਸੌਰ ਤੇ ਖਾਨਵਾਲ, ਇਹ ਦੋ ਪਿੰਡ ਲਿਖੇ ਨੇ। ਪਲਾਸੌਰ ਖਾਨਵਾਲ ਲਿਖਿਆ, ਪਤਾ ਨਹੀਂ ਹੁਣ ਉਸ ਪਿੰਡ ਦਾ ਨਗਰ ਦਾ ਨਾਮ ਕੀ ਹੋਵੇਗਾ, ਵਾਹਿਗੁਰੂ ਜਾਣੇ। ਉਹ ਜਗ੍ਹਾ ਖਰੀਦ ਲਈ, ਦੋਨੇ ਧਿਰਾਂ ਖੁਸ਼ ਹੋ ਗਈਆਂ ਤੇ ਗਰੀਬ ਨਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਨੂੰ ਅਰਦਾਸੀਆ ਲਗਾ ਕੇ ਉਸ ਜਗ੍ਹਾ ਦਾ ਟੱਕ ਲਾਉਣ ਵਾਸਤੇ, ਸਰੋਵਰ ਦੀ ਉਸਾਰੀ ਕਰਨ ਵਾਸਤੇ ਗਰੀਬ ਨਵਾਜ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਰੀ ਤਿਆਰੀ ਕੀਤੀ। ਚੂਨਾ, ਇੱਟਾਂ ਆਦਿਕ ਜਦੋਂ ਸਾਰੀ ਤਿਆਰੀ ਹੋ ਗਈ, ਟੱਕ ਲੱਗਾ ਤਰਨ ਤਾਰਨ ਸਾਹਿਬ ਜੀ ਦੀ ਉਸਾਰੀ ਦਾ। ਸਾਧ ਸੰਗਤ ਜੀ ਇੱਥੇ ਕੱਲ ਦੀ ਕਥਾ ਵਿਸ਼ਰਾਮ ਤੇ ਆ ਗਈ ਸੀ। ਜਿਵੇਂ ਅੱਗੇ ਮਹਾਰਾਜ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ, ਆਓ ਜਿਤਨੇ ਮਾਈ ਭਾਈ ਬਿਰਧ ਬਾਲਕ, ਗਰੀਬ ਨਵਾਜ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਮੋਂ ਸੁਭਾਏਮਾਨ ਹੋ ਕਰ ਮਹਾਰਾਜ ਜੀ ਦੇ ਚਰਨਾਂ ਦਾ ਲਾਹਾ ਲੈ ਰਹੇ ਹੋ। ਸਤਿਗੁਰਾਂ ਦੀ ਅੰਮ੍ਰਿਤ ਸਰੂਪ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ ਜੀ, ਇਕਾਗਰਤਾ ਬਣਾਓ ਜੀ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ। ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਖਰੋ ਪਇਓ ਜਬ ਗੁਰੂ ਅਗਾਰੀ। ਉਸ ਵੇਲੇ ਸਾਧ ਸੰਗਤ ਜੀ ਸਾਰਾ ਕੌਤਕ ਵਰਤਿਆ। ਮਹਾਰਾਜ ਦੇ ਪਾਸ ਇੱਕ ਗੁਰਸਿੱਖ ਆਇਆ ਜਿਨ੍ਹਾਂ ਦਾ ਨਾਮ ਸਾਧ ਸੰਗਤ ਜੀ ਭਾਈ ਦੇਵੀ ਦਾਸ ਹੈ, ਦੇਵੀ ਚੰਦ ਹੈ। ਗੋਇੰਦਵਾਲ ਸਾਹਿਬ ਜੀ ਦੇ ਰਹਿਣ ਵਾਲੇ ਸਨ। ਇਹ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਤੇ ਖੜੇ ਹੋ ਗਏ ਹਨ। ਹਿਤ ਅਰਦਾਸ ਕਰਨ ਸੁਖਕਾਰੀ। ਉਸ ਵੇਲੇ ਅਰਦਾਸ ਕਰਨ ਵਾਸਤੇ ਮਹਾਰਾਜ ਜੀ ਦੇ ਸਨਮੁਖ ਖੜੇ ਹੋਏ ਗੁਰੂ ਕੇ ਸਿੱਖ। ਖੱਤਰੀ ਏਕ ਦੇਵੀ ਚੰਦ ਨਾਮ। ਕਵੀ ਜੀ ਕਹਿੰਦੇ ਖੱਤਰੀ ਜਾਤੀ ਹੈ ਤੇ ਦੇਵੀ ਚੰਦ ਉਸ ਸਿੱਖ ਦਾ ਨਾਮ ਹੈ। ਗੋਇੰਦਵਾਲ ਹੁਤੋ ਜਿਸ ਧਾਮ। ਤੇ ਜਿਸ ਸਿੱਖ ਦਾ ਘਰ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਦੇ ਭਾਵ ਗੋਇੰਦਵਾਲ ਸਾਹਿਬ ਜੀ ਦਾ ਵਸਨੀਕ ਸੀ ਉਹ ਸਿੱਖ। ਦਰਸ਼ਨ ਹੇਤ ਗੁਰੂ ਕੇ ਆਵਾ। ਕਹਿੰਦੇ ਇਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਆਇਆ ਹੋਇਆ ਸੀ ਤੇ ਸਾਹਮਣੇ ਖੜੇ ਹੋਇਆ ਹੈ। ਏਕ ਰੁਪਈਓ ਤਾਹੇ ਤੁਰਾਵਾ। ਕਹਿੰਦੇ ਇਸ ਗੁਰੂ ਕੇ ਸਿੱਖ ਨੇ 1 ਰੁਪਈਆ ਜਿਹੜਾ ਹੈ ਨਾ ਉਹ ਸਾਧ ਸੰਗਤ ਜੀ ਖਜ਼ਾਨਚੀ ਦੇ ਪਾਸੋਂ ਤੁੜਵਾਇਆ ਹੈ। ਜਿਵੇਂ ਆਪਾਂ ਭੱਜੇ ਪੈਸੇ ਕਈ ਵਾਰੀ ਲੈ ਲੈਂਦੇ ਆ ਨਾ, ਇਸ ਤਰ੍ਹਾਂ 1 ਰੁਪਈਆ ਇਹਨੇ ਤੁੜਵਾਇਆ ਹੈ। ਆਧੇ ਟਕੇ ਰਾਖ ਨਿਜ ਪਾਸ। ਤੇ ਉਸ ਰੁਪਈਏ ਵਿੱਚੋਂ ਅੱਧੇ ਟਕੇ ਜੋ ਹਨ ਉਹ ਆਪਣੇ ਪਾਸ ਰੱਖੇ ਹਨ। ਅਰਧ ਲਏ ਹਿਤ ਗੁਰ ਅਰਦਾਸ। ਤੇ ਅੱਧੇ ਟਕੇ ਜਿਹੜੇ ਨੇ ਉਹ ਮਹਾਰਾਜ ਜੀ ਦੇ ਪਾਸ ਰੱਖਣ ਵਾਸਤੇ ਭੇਟਾ ਰੂਪ ਦੇ ਵਿੱਚ
ਉਹ ਆਪਣੇ ਹੱਥ ਵਿੱਚ ਪਕੜੇ ਹਨ। ਅਰਧ ਲਏ ਹਿਤ ਗੁਰ ਤੇ ਅਰਦਾਸ। ਅੱਧੇ ਜਿਹੜੇ ਨੇ ਮਹਾਰਾਜ ਜੀ ਦੇ ਪਾਸ ਗਰੀਬ ਨਵਾਜ ਜੀ ਦੇ ਭੇਟਾ ਕਰਨ ਵਾਸਤੇ ਰੱਖੇ ਹਨ ਆਪਣੇ ਹੱਥ ਵਿੱਚ। ਗੁਰ ਕੈ ਜਗਾਰੀ ਧਰੇ। ਤੇ ਜਿਹੜੇ ਮਹਾਰਾਜ ਵਾਸਤੇ ਰੱਖੇ ਸਨ ਪੈਸੇ ਉਹ ਸਤਿਗੁਰਾਂ ਦੇ ਸਨਮੁਖ ਜਾ ਧਰੇ ਭੇਟਾ ਰੱਖੀ ਹੈ। ਹੱਥ ਬੰਦ ਕਰ ਬੈਠਨ ਕਰੇ। ਦੇਖਿਆ ਕਿ ਅੱਧੇ ਪੈਸੇ ਉਹਨੇ ਜੇਬ ਦੇ ਵਿੱਚ ਪਾ ਲਏ, ਅੱਧੇ ਪੈਸੇ ਮਹਾਰਾਜ ਜੀ ਦੇ ਸਨਮੁਖ ਧਰ ਦਿੱਤੇ, ਮੱਥਾ ਟੇਕਿਆ। ਇਹ ਬਚਨ ਜਾਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬੁੱਢਾ ਲੇਹੋ ਨਿਹਾਰੀ। ਮਹਾਰਾਜ ਕਹਿਣ ਲੱਗੇ ਭਾਈ ਬੁੱਢਾ ਜੀ ਸਾਹਿਬ ਜੀਓ, ਬਾਬਾ ਜੀ ਆ ਦੇਖ ਲੋ ਵੱਡਾ ਵੱਡਾ ਪੂਰਾ ਹੋਵੇਗਾ, ਅੱਧਾ ਹੁਣ ਪੂਰਾ ਹੋ ਜਾਵੇਗਾ, ਅੱਧਾ ਫੇਰ ਹੋ ਜਾਵੇਗਾ। ਸੁਣ ਲਵੋ ਗੁਰੂ ਕਾ ਇਤਿਹਾਸ। ਹਿਰਦੇ ਹਮਾਰੇ ਆਏ ਨ ਕੋਏ। ਮਹਾਰਾਜ ਕਹਿੰਦੇ ਇਹ ਗੱਲ ਸਾਡੇ ਹਿਰਦੇ ਵਿੱਚ ਆਉਂਦੀ ਹੈ, ਹੋਰ ਕੋਈ ਕਾਰਨ ਨਹੀਂ ਹੈ ਭਾਈ। ਇਹ ਸਤਿਗੁਰਾਂ ਦੇ ਸਤ ਗਰੀਬ ਨਵਾਜ ਮਹਾਰਾਜ ਦਿਲ ਜਾਨੀ ਅੰਤਰ ਜਾਮੀ ਹਵਾਲ ਮਾਲੂਮ ਕਰਦੰਗ ਪਾ ਕੇ ਅੱਲਾ ਪਾਕ ਮੌਲਾ ਤਾਲਾ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਭਵਿੱਖ ਦੇ ਬਚਨ ਇੱਥੇ ਬਚਨ ਕਹੇ ਨੇ। ਕੁਝ ਬੇਨਤੀਆਂ ਅੱਗੇ ਜਾ ਕੇ ਵੀ ਕਰਨਾ ਚਾਹਾਂਗਾ। ਤੋ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਜੀ ਨੇ ਇਹ ਇਸ਼ਾਰੇ ਨਾਲ ਬਚਨ ਆਖਿਆ। ਆਓ ਬਚਨ ਪੂਰਾ ਕਰੀਏ। ਆਦੀ ਭੇਟ ਪ੍ਰਥਮ ਹੀ ਆਈ। ਮਹਾਰਾਜ ਕਹਿੰਦੇ ਦੇਖ ਸੰਪੂਰਨ ਹੋ ਜਾਵੇਗਾ, ਪੂਰਨ ਹੋ ਜਾਵੇਗਾ ਕਹਿ ਲਵੋ, ਤੇ ਸੰਪੂਰਨ ਜੋ ਹੈ ਉਹ ਬਾਅਦ ਵਿੱਚ ਹੋਵੇਗਾ। ਪੁਰਸ਼ੋਤਮ ਕੀ ਜਥਾ ਰਜਾਏ। ਮਹਾਰਾਜ ਕਹਿੰਦੇ ਜਿਵੇਂ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਰਜ਼ਾ ਹੈ, ਹੋਏ ਤਥਾ ਨ ਅਪਰ ਉਪਾਏ। ਕਹਿੰਦੇ ਇਹ ਮਹਾਰਾਜ ਦੀ ਬਾਣੀ ਚ ਲਿਖਿਆ। ਕਹਿੰਦੇ ਜਿਵੇਂ ਮਹਾਰਾਜ ਨੇ ਲਿਖਿਆ, ਲੇਖ ਨਾ ਮਿਟੇ ਹੈ ਸਖੀ, ਜੋ ਲਿਖਿਆ ਕਰਤਾਰ। ਕਰ ਅਰਦਾਸ ਤਿਹਾਵਲ ਕੇਰੀ। ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਸਾਹਿਬ ਜੀ ਦੇ ਪਾਸੋਂ ਤਿਹਾਵਲ ਕੜਾਹ ਪ੍ਰਸਾਦ ਕੀ ਅਰਦਾਸ ਕਰਾਈ ਹੈ। ਸਿਮਰ ਸਭ ਸਤਿਗੁਰ ਤਿਸ ਬੇਰੀ। ਉਸ ਵੇਲੇ ਸਾਰੇ ਸਤਿਗੁਰੂ ਆਦਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਸਤਿਗੁਰਾਂ ਦਾ ਹੈ ਉਸ ਸਰੋਵਰ ਦਾ। ਸਿੱਖ ਮਿਹਨਤੀ ਨਰ ਸਮੁਦਾਏ। ਬਹੁਤ ਸਾਰੇ ਸਿੱਖ ਨੇ ਤੇ ਬਹੁਤ ਸਾਰੇ ਮਿਹਨਤੀਏ ਹਨ, ਜਿਹੜੇ ਮਜ਼ਦੂਰੀ ਲੈਂਦੇ ਹਨ, ਦਿਹਾੜੀਦਾਰ ਹਨ। ਤੀਰਥ ਕੀ ਸੋ ਹੋਣ ਲਗਕਾਰੀ। ਤਰਨ ਤਾਰਨ ਸਾਹਿਬ ਜੀ ਦਾ ਜਿਹੜਾ ਪਵਿੱਤਰ ਤੀਰਥ ਹੈ ਕੇ ਆਵੇ ਲਗਵਾਏ। ਉਸ ਵੇਲੇ ਮਹਾਰਾਜ ਜੀ ਨੇ ਇੱਟਾਂ ਦੇ ਜਿਹੜੇ ਆਵੇ ਹਨ ਬਹੁਤ ਭਾਰੀ ਉਹ ਲਗਵਾਏ ਹਨ। ਚੂਨਾ ਤਿਆਰ ਕਰਹਿ ਸਮੁਦਾਏ। ਸਾਰੇ ਮਿਲ ਕੇ ਚੂਨਾ ਜਿਹੜਾ ਹੈ ਸਾਧ ਸੰਗਤ ਜੀ ਉਹ ਤਿਆਰ ਕਰਦੇ ਹਨ। ਤਾਲ ਵਿਸਾਲ ਆਰੰਭਨ ਕੀਨਾ। ਉਸ ਵੇਲੇ ਬਹੁਤ ਵੱਡਾ ਸਰੋਵਰ ਜਿਹੜਾ ਉਹਦੀ ਪ੍ਰਾਰੰਭਤਾ ਹੋਈ ਹੈ। ਮਨੋ ਮਾਨਸਰ ਹੋਏ ਨਵੀਨਾ। ਕਵੀ ਜੀ ਕਹਿੰਦੇ ਮੰਨ ਲਓ ਨਵਾਂ ਮਾਨ ਸਰੋਵਰ ਹੀ ਬਣਿਆ ਹੋਵੇ। ਇੰਨਾ ਭਾਰੀ ਔਰ ਬਹੁਤ ਵੱਡਾ ਤੀਰਥ, ਸ਼ਾਇਦ ਸਮੁੱਚੇ ਗੁਰੂ ਤੀਰਥਾਂ ਦੇ ਵਿੱਚੋਂ ਵਿਸ਼ਾਲ ਤੇ ਵੱਡਾ ਤੀਰਥ ਹੈ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ। ਕਦੇ ਪੰਜਾਬ ਦੀ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਥਾਨ ਤੇ ਜਾਓ ਤੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਹੁਤਾ ਦੂਰ ਨਹੀਂ ਹੈ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ। ਇਹ ਸਰੋਵਰ ਦੀ ਬਹੁਤ ਵੱਡੀ ਮਹੱਤਤਾ ਹੈ। ਜਦੋਂ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਸਾਧ ਸੰਗਤ ਜੀ ਸ਼ਹੀਦ ਹੋਣ ਵਾਸਤੇ ਆਏ ਨੇ, ਪੰਥ ਪ੍ਰਕਾਸ਼ ਵਿੱਚ ਬਚਨ ਆਉਂਦਾ ਹੈ ਆਪ ਜੀ ਜਦੋਂ ਦਮਦਮਾ ਸਾਹਿਬ ਤੋਂ ਤੁਰੇ ਤਿਆਰ ਹੋ ਕੇ ਰਸਤੇ ਵਿੱਚ ਤਰਨ ਤਾਰਨ ਆਇਆ ਤੇ ਤਰਨ ਤਾਰਨ ਦੇ ਸਰੋਵਰ 'ਚ ਸਣੇ ਕੇਸੀ ਇਸ਼ਨਾਨ ਕੀਤਾ। ਪੰਥ ਪ੍ਰਕਾਸ਼ ਵਿੱਚ ਲਿਖਿਆ ਦਮਾਲਾ ਚਲਾ ਕੇ ਬਸਤਰ ਸ਼ਸਤਰ ਸਜਾ ਕੇ ਸਰੋਵਰ ਗੁਰੂ ਦਰਬਾਰ ਦੀਆਂ ਪ੍ਰਦਖਣਾ ਕੀਤੀਆਂ। ਸਾਧ ਸੰਗਤ ਜੀ ਉਸ ਵੇਲੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਸੋਂ ਸ਼ਹੀਦੀ ਦਾ ਪਿਆਲਾ ਜਿਹੜਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦੋਨੇ ਹੱਥ ਜੋੜ ਕੇ ਤਰਨਤਾਰਨ ਸਾਹਿਬ ਜੀ ਦੇ ਸਰੋਵਰ ਤੋਂ ਮੰਗਿਆ, ਹੇ ਸ਼ਹੀਦੋਂ ਕੇ ਸਰਤਾਜ ਕਲਯੁਗ ਜਹਾਜ ਅਰਜਨ ਗੁਰੂ ਗਰੀਬ ਨਵਾਜ ਮਹਾਰਾਜ, ਕਿਰਪਾ ਕਰਕੇ ਇਹ ਸ਼ਹੀਦੀ ਦਾ ਪਿਆਲਾ ਮੇਰੇ ਹਿੱਸੇ ਆਵੇ। ਤੇ ਉਦੋਂ ਆਵੇ ਜਦੋਂ ਮੈਂ ਆਪ ਜੀ ਦੇ ਪਵਿੱਤਰ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਆਜ਼ਾਦ ਕਰਾ ਦਿਆਂ। ਇਹ ਸਾਧ ਸੰਗਤ ਜੀ ਪੰਥ ਪ੍ਰਕਾਸ਼ ਵਿੱਚ ਬਚਨ ਆਉਂਦਾ। ਉੱਥੇ ਸਣੇ ਕੇਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਸ਼ਨਾਨ ਕੀਤਾ। ਤੇ ਅੱਜ ਵੀ ਉਹੋ ਹੀ ਰੋਡ ਹੈ ਤਰਨ ਤਾਰਨ ਤੋਂ ਜਦੋਂ ਅਸੀਂ ਬਾਈ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਈਏ, ਰਸਤੇ ਵਿੱਚ ਲਕੀਰ ਸਾਹਿਬ ਬਣਿਆ ਜਿੱਥੇ ਲਕੀਰ ਖਿੱਚੀ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਕੌਤਕ ਵਰਤਿਆ। ਇੱਥੇ ਮੱਸਿਆ ਦਾ ਬਹੁਤ ਭਾਰੀ ਮੇਲਾ ਲੱਗਦਾ। ਪਹਿਲਾਂ ਪੁਰਾਣੇ ਬਜ਼ੁਰਗ ਪਿੰਡਾਂ ਦੇ ਵਿੱਚ ਅਸੀਂ ਵਹਿੰਦੇ ਆਏ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤਰਨਤਾਰਨ ਸਾਹਿਬ ਜੀ ਦੀ ਵੀ ਅਰਦਾਸ ਕਰਿਆ ਕਰਦੇ ਸਨ। ਅਰਦਾਸ ਵਿੱਚ ਇਹ ਵੀ ਬਜ਼ੁਰਗ ਕਈ ਨਿਹੰਗ ਸਿੰਘ ਅੱਜ ਵੀ ਕਈ ਪੁਰਾਣੇ ਗੁਰੂ ਕੇ ਗੁਰਸਿੱਖ ਸਾਧ ਸੰਗਤ ਜੀ ਭਾਵਨਾ ਸਹਿਤ ਕਰਦੇ। ਤੇ ਜਿਹੜੀ ਹਜੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅਰਦਾਸ ਹੁੰਦੀ ਹੈ ਤੇ ਕੁਝ ਖਾਸ ਗੁਰ ਅਸਥਾਨਾਂ ਦਾ ਨਾਮ ਲਿਆ ਜਾਂਦਾ, ਉਹਦੇ ਵਿੱਚ ਸਾਧ ਸੰਗਤ ਜੀ ਤਰਨ ਤਾਰਨ ਜੀ ਦਾ ਵੀ ਨਾਮ ਲਿਆ ਜਾਂਦਾ। ਇਹ ਐਡਾ ਵੱਡਾ ਤੀਰਥ ਸਰੋਵਰ ਹੈ ਔਰ ਇੱਥੇ ਮਹਾਰਾਜ ਨੇ ਬਚਨ ਕੀਤੇ ਸੀਗੇ ਵੀ ਅੱਧਾ ਸਰੋਵਰ ਹੁਣ ਪੂਰਾ ਹੋਵੇਗਾ
ਤੇ ਅੱਧਾ ਮੇਰਾ ਪੰਥ ਪੂਰਾ ਕਰੇਗਾ ਜਦੋਂ ਮੇਰੇ ਪੰਥ ਦਾ ਰਾਜ ਹੋਵੇਗਾ। ਉਹ ਕਥਾ ਸਾਧ ਸੰਗਤ ਜੀ ਅੱਗੇ ਜਾ ਕੇ ਆਉਣੀ ਹੈ। ਇੰਨੀ ਉਸ ਤੀਰਥ ਦੀ ਬਹੁਤ ਵੱਡੀ ਮਹੱਤਤਾ ਹੈ। ਅਸੀਂ ਵੇਖਿਆ ਮਾਝੇ ਦੇ ਲੋਕ ਜਿਹੜੇ ਨੇ ਜਾਂ ਹੋਰ ਕਈ ਪੰਜਾਬ ਦੇ ਦੂਰੋਂ ਵੀ ਤਰਨਤਾਰਨ ਸਾਹਿਬ ਜੀ ਦੀ ਮੱਸਿਆ ਨਹਾਉਣ ਜਾਂਦੇ ਨੇ। ਜਿਵੇਂ ਆ ਭਾਦੋਂ ਦਾ ਮਹੀਨਾ ਹੁਣ ਲੰਘਿਆ, ਸਾਧ ਸੰਗਤ ਜੀ ਭਾਦੋਂ ਦੇ ਮਹੀਨੇ ਦੀ ਮੱਸਿਆ ਦਾ ਤੇ ਬਹੁਤ ਵੱਡਾ ਉੱਥੇ ਮਹੱਤਵ ਹੈ। ਰਾਤ ਦੇ ਦੀਵਾਨ ਸੱਜਦੇ ਨੇ ਉੱਥੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ, ਬੜੀ ਭਾਰੀ ਗਿਣਤੀ ਵਿੱਚ ਉੱਥੇ ਸੰਗਤਾਂ ਹੁੰਦੀਆਂ ਨੇ ਤੇ ਮਹਾਰਾਜ ਜੀ ਦਾ ਇਹ ਸਾਧ ਸੰਗਤ ਜੀ ਸਰੋਵਰ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਤਾਲ ਵਿਸਾਲ ਆਰੰਭ ਨਕੀਨਾ ਮਨੋ ਮਾਨਸਰ ਹੋਏ ਨਵੀਨਾ। ਮੰਨ ਲਓ ਧਰਤੀ ਦਾ ਮਾਨ ਸਰੋਵਰ ਹੋਵੇ, ਇੰਨਾ ਸ਼ੋਭਨੀਕ ਹੁੰਦਾ ਹੈ ਤਰਨਤਾਰਨ ਸਾਹਿਬ ਜੀ ਦਾ ਪਵਿੱਤਰ ਅਸਥਾਨ। ਸ਼ਿਲਪੀ ਲਗੇ ਚਿਨਨ ਸੰਪਾਨ। ਜਿਹੜੇ ਸਾਧ ਸੰਗਤ ਜੀ ਕਾਰੀਗਰ ਹਨ, ਮਜ਼ਦੂਰ, ਸੋ ਉਹ ਪੌੜੀਆਂ ਬਣਾਉਣ ਲੱਗ ਗਏ ਨੇ ਸਰੋਵਰ ਦੀਆਂ। ਸਰੋਵਰ ਦੀ ਉਸਾਰੀ ਹੁਣ ਕੰਢੇ ਤੇ ਆ ਗਈ। ਲਾਵੈ ਚੂਨੋ ਈਟ ਮਹਾਨ। ਚੂਨਾ ਆਦਿਕ ਲਾ ਕੇ, ਜਿਵੇਂ ਆ ਅੱਜ ਕੱਲ ਮਸਾਲਾ ਜਿਹਾ ਬਣਾਉਂਦੇ ਨੇ, ਸੀਮੈਂਟ ਆਦਿਕ ਰੇਤਾ ਆਦਿਕ ਮਿਲਾ ਕੇ ਪਾਣੀ ਆਦਿਕ ਦੇ ਨਾਲ ਸੋਹਣੇ ਤਰੀਕੇ ਨਾਲ। ਉਹ ਸਾਧ ਸੰਗਤ ਜੀ ਪੁਰਾਣੇ ਜ਼ਮਾਨੇ ਵਿੱਚ ਚੂਨਾ ਹੁੰਦਾ ਸੀ, ਕਹਿੰਦੇ ਉਹ ਚੂਨਾ ਲਗਾ ਕੇ ਸੋਹਣੇ ਤਰੀਕੇ ਦੇ ਨਾਲ ਇੱਟਾਂ ਲਗਾਉਂਦੇ ਮਜ਼ਬੂਤੀ ਦੇ ਨਾਲ। ਕਹਿਓ ਮਸੰਦਨ ਸੋ ਗੁਰਬੈਨ। ਉਸ ਵੇਲੇ ਗਰੀਬ ਨਿਵਾਜ ਮਹਾਰਾਜ ਜੀ ਨੇ ਮਸੰਦਾਂ ਦੇ ਤਾਈਂ ਬਚਨ ਆਖੇ ਹਨ। ਕਰਵਾ ਬਹੁ ਕਾਰਜ ਸੁਭਦੈਨ। ਮਹਾਰਾਜ ਕਹਿੰਦੇ ਭਾਈ ਸਾਰਾ ਦਿਨ ਮਾਇਆ ਦੇ ਕੇ ਇਹ ਜੋ ਸੇਵਾ ਹੈ ਕਰਾਉਂਦੇ ਰਹੋ। ਸਤਿਗੁਰ ਕੇ ਕਰ ਤੋਟ ਨ ਕਾਈ। ਮਹਾਰਾਜ ਕਹਿੰਦੇ ਸਾਰਿਆਂ ਨੂੰ ਮਾਇਆ ਦਿਓ, ਜਿਹੜੇ ਮਾਇਆ ਦੇ ਇੱਛਕ ਹਨ, ਮਜ਼ਦੂਰ ਆਦਿਕ ਦਿਹਾੜੀਦਾਰ। ਗੁਰੂ ਨਾਨਕ ਦੇ ਘਰੇ ਕੋਈ ਤੋੜ ਨਹੀਂ ਹੈ। ਮਿਹਨਤ ਦੇਹੋ ਮਜੂਰ ਸਵਾਈ। ਮਹਾਰਾਜ ਕਹਿੰਦੇ ਸਵਾਈ ਬਹੁਤੀ ਮਿਹਨਤ ਦਿਓ। ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਨਾ ਦੋ ਤਰ੍ਹਾਂ ਦੇ ਸੇਵਕ ਹੁੰਦੇ ਨੇ, ਇੱਕ ਨੇਮੀ ਇੱਕ ਪ੍ਰੇਮੀ ਹੁੰਦੇ ਨੇ। ਇੱਕ ਉਹ ਨੇ ਜਿਨ੍ਹਾਂ ਦਾ ਸੇਵਾ ਦਾ ਨੇਮ ਕੀਤਾ ਹੁੰਦਾ, ਦਮੜੇ ਆਦਿਕ ਨਹੀਂ ਲੈਂਦੇ। ਅੱਜ ਵੀ ਕਾਰ ਸੇਵਾ ਦੇ ਵਿੱਚ ਜਿੱਥੇ ਗੁਰੂ ਕੇ ਸਾਧ ਸੰਗਤ ਜੀ ਅਸਥਾਨਾਂ ਦੀਆਂ ਸੇਵਾਵਾਂ ਚੱਲਦੀਆਂ ਨੇ, ਇੱਕ ਨੇਮੀ ਗੁਰੂ ਕੇ ਗੁਰਸਿੱਖ ਨੇ ਜਿਨ੍ਹਾਂ ਦੇ ਸਾਧ ਸੰਗਤ ਜੀ ਚਰਨਾਂ ਤੇ ਸਿਰ ਝੁਕਦਾ ਹੈ। ਧੰਨ ਹਨ ਗੁਰੂ ਕੇ ਗੁਰਸਿੱਖ ਜਿਨ੍ਹਾਂ ਨੇ ਮਾਤਰ ਪਿਤਰ ਤਿਆਗ ਕੇ ਤਨ ਸੰਤਨ ਪਾਹੇ ਵਿਚਾਇਓ। ਮਾਂ ਪਿਓ ਭੈਣ ਭਰਾ ਆਦਿਕ ਸਾਰਾ ਛੱਡ ਕੇ ਮਹਾਰਾਜ ਦੀ ਸੇਵਾ ਦਾ ਨੇਮ ਕੀਤਾ ਹੋਇਆ। ਦੂਸਰੇ ਸਾਧ ਸੰਗਤ ਜੀ ਪ੍ਰੇਮੀ ਹੁੰਦੇ ਨੇ, ਜਿਹੜੇ ਦਮੜੇ ਲੈਂਦੇ ਨੇ, ਗ੍ਰਸਤੀ ਹੁੰਦੇ ਨੇ। ਜਿਵੇਂ ਮੁਲਾਜ਼ਮ ਆਦਿਕ ਵੀ ਗੁਰੂ ਘਰਾਂ ਵਿੱਚ ਵੀ ਗੁਰੂ ਕੇ ਸੇਵਾਦਾਰ ਉਹਦੇ ਵਿੱਚ ਸਾਰੇ ਆ ਜਾਂਦੇ ਨੇ, ਦਮੜੇ ਲੈ ਕੇ ਮਹਾਰਾਜ ਦੀ ਸੇਵਾ ਕਰਨੀ। ਸਾਧ ਸੰਗਤ ਜੀ ਜਿਹੜਾ ਅਸੀਂ ਘਰਾਂ ਦੇ ਵਿੱਚ ਵੀ ਦਮੜੇ ਵਰਤਦੇ ਹਾਂ, ਉਹ ਵੀ ਤਾਂ ਸਤਿਗੁਰਾਂ ਦੇ ਨੇ ਨਾ। ਜੇ ਕੋਈ ਗੁਰੂ ਘਰ ਦੇ ਵਿੱਚ ਵੀ ਮਜ਼ਦੂਰੀ ਕਰਦਾ ਹੈ ਨਾ, ਉਹ ਵੀ ਜੇ ਸਿਦਕ ਦੇ ਨਾਲ ਮਹਾਰਾਜ ਦੀ ਸੇਵਾ ਕਰੇ ਨਾ, ਸਿਦਕ ਦੇ ਨਾਲ, ਮਜ਼ਦੂਰੀ ਤਾਂ ਗੁਰੂ ਘਰ ਦੇ ਵਿੱਚੋਂ ਵੀ ਮਿਲੀ ਤੇ ਉਹ ਗੱਲ ਹੈ, ਤੇ ਬਾਹਰੋਂ ਵੀ ਮਿਲੀ ਤੇ ਉਹ ਗੱਲ ਹੈ। ਪਰ ਜੇ ਕੋਈ ਸਿਦਕ ਦੇ ਨਾਲ ਕਰੀ ਜਾਵੇ ਤੇ ਗੱਲ ਇੱਥੇ ਭਾਵਨਾ ਦੀ ਹੈ, ਗੱਲ ਇੱਥੇ ਸਿਦਕ ਦੀ ਹੈ। ਸਾਨੂੰ ਗੁਰੂ ਘਰ ਵਿੱਚ ਰਹਿੰਦਿਆਂ ਸਾਧ ਸੰਗਤ ਜੀ 19-20 ਸਾਲ ਹੋ ਗਏ। ਬਹੁਤ ਬਚਪਨ ਤੋਂ 8 ਸਾਲ ਦੇ ਬੱਚੇ ਸੀ ਜਦੋਂ ਤੋਂ ਸਾਨੂੰ ਸੰਗਤ ਨੇ ਆਪਣੀ ਗੋਦ ਵਿੱਚ ਲਿਆ। ਸੰਗਤ ਦੇ ਟੁਕੜਿਆਂ ਤੇ ਅਸੀਂ ਪਲਦੇ ਹਾਂ। ਅਸੀਂ ਬੜੇ ਤਰ੍ਹਾਂ ਦੇ ਸਿੱਖ ਸਾਧ ਸੰਗਤ ਜੀ ਵੇਖੇ, ਐਸੇ ਗੁਰਸਿੱਖ ਵੀ ਸਿਦਕ ਵਾਲੇ ਦੇਖੇ ਜਿਹੜੇ ਗੁਰੂ ਘਰ ਵਿੱਚ ਮਜ਼ਦੂਰੀ ਕਰਦੇ, ਕਾਰੀਗਰ ਆਦਿਕ ਦੀ ਹੋਰ ਕਈ ਤਰ੍ਹਾਂ ਦੀ ਮਜ਼ਦੂਰੀ ਕਰਦੇ, ਦਮੜੇ ਲੈਂਦੇ, ਤਨਖਾਹ ਲੈਂਦੇ, ਦਿਹਾੜੀ ਲੈਂਦੇ। ਪਰ ਸਿੱਖੀ ਵਿੱਚ ਇੰਨੇ ਪਰਪੱਕ, ਇੰਨੀ ਚੜ੍ਹਦੀ ਕਲਾ ਵਾਲੇ, ਉਹਨਾਂ ਕੇ ਸਾਧ ਸੰਗਤ ਜੀ ਸਿਰ ਝੁਕਦਾ। ਆਪਣੀ ਮਜ਼ਦੂਰੀ ਵਿੱਚ, ਆਪਣੇ ਕੰਮ ਵਿੱਚ ਸਭ ਤੋਂ ਪਹਿਲਾਂ ਪਹੁੰਚਣਾ, ਨਾਲੇ ਕੰਮ ਵੀ ਕਰੀ ਜਾਣਾ, ਨਾਮ ਵੀ ਜਪੀ ਜਾਣਾ, ਤੇ ਵੱਧ ਸਭ ਤੋਂ ਲੇਟ ਕੰਮ ਛੱਡਣਾ। ਅੱਛਾ, ਫਿਰ ਇੱਛਾ ਨਹੀਂ ਕਰਨੀ, ਪ੍ਰਬੰਧ ਵੱਲੋਂ ਜਿੰਨੀ ਕੁ ਸੇਵਾ ਮਿਲ ਗਈ ਸੋ ਗੁਰੂ ਘਰ ਵੱਲੋਂ ਓਨੀ ਕੁ ਲੈ ਲੈਣੀ, ਆਪਣੇ ਵੱਲੋਂ ਕੋਈ ਖਾਸ ਇੱਛਾ ਨਹੀਂ ਕਰਨੀ, ਪ੍ਰਸ਼ਾਦ ਸਮਝ ਕੇ ਉਹਨੂੰ ਆਪਣੀ ਝੋਲੀ ਪਵਾ ਲੈਣਾ। ਸਾਧ ਸੰਗਤ ਜੀ ਐਸੇ ਗੁਰੂ ਕੇ ਸਿੱਖ ਵੀ ਹੈਗੇ ਨੇ। ਤਾਈਓ ਸਾਡੇ ਕੋਲ ਦੋ ਸ਼ਬਦ ਨੇ, ਨੇਮੀ ਅਤੇ ਪ੍ਰੇਮੀ। ਗੁਰੂ ਨਾਨਕ ਦੇ ਘਰੇ ਦੋਵੇਂ ਪ੍ਰਵਾਨ ਨੇ। ਅਸਲ ਵਿੱਚ ਪ੍ਰਵਾਨ ਸਾਧ ਸੰਗਤ ਜੀ ਭਾਵਨਾ ਹੈ। ਜੇ ਕੋਈ ਸਾਡੇ ਵਰਗਾ ਗੁਰੂ ਘਰ ਵਿੱਚ ਰਹਿੰਦਾ, ਮਹਾਰਾਜ ਦੀ ਮਰਜ਼ਾਦਾ ਨਹੀਂ ਅਪਣਾਉਂਦਾ, ਸਤਿਗੁਰਾਂ ਦਾ ਪ੍ਰੇਮ ਨਹੀਂ, ਪਖੰਡ ਕਰਦਾ, ਲੋਭੀ ਲਾਲਚੀ ਹੈ, ਤੇ ਸਾਧ ਸੰਗਤ ਜੀ ਉਹਦੇ ਫਿਰ ਗੁਰੂ ਘਰ ਵਿੱਚ ਰਹਿਣ ਦਾ ਵੀ ਬਹੁਤਾ ਲਾਭ ਨਹੀਂ। ਤੇ ਇਹਦੇ ਮੁਕਾਬਲੇ ਜੇ ਕੋਈ ਬਾਹਰੋਂ ਆਉਂਦਾ ਤੇ ਸਿਦਕ ਰੱਖਦਾ ਹੈ ਤੇ ਉਹ ਵੀ ਮਹਾਰਾਜ ਦੇ ਘਰੇ ਪ੍ਰਵਾਨ ਚੜ੍ਹ ਜਾਏਗਾ। ਪਰ ਇਹਦੇ ਮੁਕਾਬਲੇ ਜੇ ਕੋਈ ਬਾਹਰੋਂ ਆਉਂਦਾ ਤੇ ਮਜ਼ਦੂਰੀ ਵੀ ਪੂਰੀ ਲੈਂਦਾ, ਕੰਮ ਵੀ ਨਹੀਂ ਕਰਦਾ, ਤੇ ਉਹ ਵੀ ਫਿਰ ਪ੍ਰਵਾਨ ਨਹੀਂ ਹੈ। ਗੱਲ ਅਸਲ ਵਿੱਚ ਭਾਵਨਾ ਦੀ ਹੈ, ਬਸ ਸ਼ਰਧਾ ਦੀ ਗੱਲ ਹੈ, ਜਿਹੜੀ ਸਭ ਤੋਂ ਵੱਡੀ ਸ਼ਰਧਾ ਹੈ, ਸਭ ਤੋਂ ਵੱਡਾ ਇਮਾਨਦਾਰੀ, ਮਹਾਰਾਜ ਦੇ ਉੱਪਰ ਭਾਵਨਾ ਜਿਹੜੀ। ਇੱਥੇ ਹੁਣ ਕਿੰਨੀ ਪਿਆਰੀ ਕਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਤਿਗੁਰ ਕੇ ਘਰ ਤੋਟ ਨਾ ਕਾਈ, ਮਿਹਨਤ ਦੇਹੋ ਮਜ਼ਦੂਰ ਸਵਾਈ। ਵੀ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਵਾਈਆਂ ਮਿਹਨਤਾਂ ਦਿਓ, ਉਹਨਾਂ ਦੀਆਂ ਜਿਹੜੀਆਂ ਦਿਹਾੜੀਆਂ ਨੇ ਉਹ ਪੂਰੀਆਂ ਦਿਓ ਉਹਨਾਂ ਨੂੰ,
ਗੁਰੂ ਨਾਨਕ ਦੇ ਘਰੇ ਤੋੜ ਨਹੀਂ ਹੈ। ਇਹ ਮਹਾਰਾਜ ਦੀ ਸੇਵਾ ਕਰਦੇ ਨੇ, ਇਹ ਵੀ ਵਡਭਾਗੇ ਹਨ। ਜਿਸ ਤੇ ਹੋਏ ਅਖਲ ਇਉਤਾਲ, ਮਹਾਰਾਜ ਕਹਿੰਦੇ ਜਿਸ ਕਰਕੇ ਤਲਾਬ ਸਰੋਵਰ ਬਹੁਤ ਵੱਡਾ ਬਣੇ, ਤਥਾ ਕਰੋ ਤੁਮ ਸੁਮਤ ਸੰਭਾਲ। ਕਹਿੰਦੇ ਇਸੇ ਪ੍ਰਕਾਰ ਜਿਹੜੀ ਸਮਤ ਹੈ ਤੇ ਸੰਭਾਲ ਹੈ ਇਹਨਾਂ ਦੀ ਕਰੋ ਭਾਈ। ਇਸ ਬਿਦ ਹੁਕਮ ਪਾਏ ਗੁਰ ਕੇਰਾ, ਕਹਿੰਦੇ ਇਸ ਪ੍ਰਕਾਰ ਮਹਾਰਾਜ ਦਾ ਹੁਕਮ ਪਾ ਕੇ ਜਿਹੜੇ ਮੁਖੀਏ ਸਿੱਖ ਸਨ, ਕਹਿ ਕਹਿ ਕੋ ਨਿਕਰਾਏ ਬਡੇਰਾ, ਕਹਿ ਕਹਿ ਕੇ ਹੋਰ ਮਿੱਟੀ ਪਟਵਾ ਕੇ ਸਰੋਵਰ ਨੂੰ ਲੰਬਾ ਅਤੇ ਡੂੰਘਾ ਕਰਦੇ ਹਨ। ਸਿਲਪਣ ਤੇ ਸੁਕਰਾਵਤ ਰਹਿ, ਕਹਿੰਦੇ ਇਸ ਪ੍ਰਕਾਰ ਜਿਹੜੇ ਕਾਰਾਗਰ ਹਨ ਉਹਨਾਂ ਦੇ ਕੋਲੋਂ ਮਿਸਤਰੀਆਂ ਦੇ ਪਾਸੋਂ ਸੇਵਾ ਕਰਵਾਉਂਦੇ ਹਨ। ਚੂਨਾ ਈਟ ਪੁਚਾਵਹੁ ਕਹਿ, ਜਿਹੜੇ ਹੋਰ ਨੇਮੀ ਪ੍ਰੇਮੀ ਮਜ਼ਦੂਰ ਨੇ ਉਹਨਾਂ ਨੂੰ ਕਹਿੰਦੇ ਭਾਈ ਭੱਜ ਭੱਜ ਕੇ ਇੱਟਾਂ ਲਿਆਓ, ਭੱਜ ਭੱਜ ਕੇ ਚੂਨਾ ਲਿਆਓ, ਛੇਤੀ ਨਾਲ ਮਹਾਰਾਜ ਦੀ ਸੇਵਾ ਪੂਰੀ ਹੋਵੇ। ਕਬ ਕਬ ਸ੍ਰੀ ਗੁਰ ਦੇਖਹਿ ਜਾਈ, ਕਹਿੰਦੇ ਕਦੇ ਕਦੇ ਮਹਾਰਾਜ ਸਾਧ ਸੰਗਤ ਜੀ ਉੱਥੇ ਤਰਨਤਾਰਨ ਸਾਹਿਬ ਮਹਾਰਾਜ ਦਾ ਸਥਾਨ ਵੀ ਬਣਿਆ ਹੋਇਆ, ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੇਵਾ ਕਰਾਉਂਦੇ ਸਨ। ਕਾਫੀ ਸਮਾਂ ਹੋ ਗਿਆ ਦਰਸ਼ਨ ਕੀਤਿਆਂ ਨੂੰ। ਉੱਥੇ ਮਹਾਰਾਜ ਬਹਿ ਕੇ ਤੇ ਸੇਵਾ ਕਰਾਉਂਦੇ ਸੀ, ਭਜਨ ਕਰਦੇ ਰਹਿਣਾ, ਸੰਗਤ ਨੂੰ ਉਪਦੇਸ਼ ਦਿੰਦੇ ਰਹਿਣਾ, ਦਰਸ਼ਨ ਦਿੰਦੇ ਰਹਿਣਾ, ਕੀਰਤਨ ਸੁਣਦੇ ਰਹਿਣਾ। ਤੇ ਕਦੇ ਕਦੇ ਆਪ ਜੀ ਜਾ ਕੇ ਦੇਖਦੇ ਸਨ ਮਜ਼ਦੂਰਾਂ ਵੱਲ, ਮਿਸਤਰੀਆਂ ਵੱਲ, ਕਿ ਕਿਵੇਂ ਚੱਲਦੀ ਹੈ ਮਹਾਰਾਜ ਦੇ ਘਰ ਦੀ ਸੇਵਾ, ਨਿਗਰਾਨੀ ਵੀ ਕਰਦੇ ਆਪ। ਲਗੇ ਕਾਰਜ ਸਿੱਖ ਸਮੁਦਾਈ, ਜਿੱਥੇ ਸਮੂਹ ਸਿੱਖ ਲੱਗੇ ਹੋਏ ਸੇਵਾ ਦੇ ਵਿੱਚ ਉੱਥੇ ਜਾਂਦੇ ਸਤਿਗੁਰੂ। ਨਿਜ ਕਲਿਆਣ ਚਹਿ ਕਰ ਸੇਵਾ, ਗੁਰਸਿੱਖ ਜਿਹੜੇ ਨੇ ਸੇਵਾ ਕਰਦੇ ਨੇ, ਆਪਣੀ ਕਲਿਆਣ ਚਾਹੁੰਦੇ ਨੇ ਭਾਵਨਾ ਸਹਿਤ। ਜਿਸ ਤੇ ਹੋਏ ਪ੍ਰਸੰਨ ਗੁਰਦੇਵਾ, ਸਾਧ ਸੰਗਤ ਦੀ ਸੇਵਾ ਲੋਕਾਂ ਨੂੰ ਰਿਝਾਉਣ ਵਾਸਤੇ ਨਹੀਂ ਹੈ, ਸਤਿਗੁਰਾਂ ਦੀ ਪ੍ਰਸੰਨਤਾ ਦੇ ਵਾਸਤੇ। ਗੁਰਸਿੱਖ ਮਹਾਰਾਜ ਦੀ ਸੇਵਾ ਕਰਦੇ ਨੇ ਇਸ ਪ੍ਰਕਾਰ ਕਿ ਮੇਰੀ ਸੇਵਾ ਤੋਂ ਸਤਿਗੁਰੂ ਪ੍ਰਸੰਨ ਹੋ ਜਾਣ, ਮੇਰੀ ਮੁਕਤੀ ਹੋ ਜਾਵੇ। ਇਸ ਬਿਦ ਕੇ ਤੇ ਦਿਵਸ ਬਿਤਾਏ, ਇਸ ਪ੍ਰਕਾਰ ਕੁਝ ਦਿਨ ਮਹਾਰਾਜ ਨੂੰ ਤਰਨਤਾਰਨ ਦੇ ਸਰੋਵਰ ਤੇ ਬਤੀਤ ਹੋਏ ਹਨ। ਸ੍ਰੀ ਅਰਜਨ ਉਪਕਾਰ ਕਰਾਏ, ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਉਪਕਾਰ ਕਰਵਾਇਆ ਹੈ। ਪੂਰਬ ਦਿਸ ਕੀ ਬਨ ਹੈ ਸੁਪਾਨ, ਕਹਿੰਦੇ ਪੂਰਬ ਦੀ ਦਿਸ਼ਾ ਵੱਲ ਦੀਆਂ ਪੌੜੀਆਂ ਬਣਦੀਆਂ ਸਨ। ਨਰਨ ਭੀਰ ਬੋ ਹੋਏ ਤਿਸ ਥਾਨ, ਤੇ ਉਸ ਜਗ੍ਹਾ ਤੇ ਬਹੁਤ ਗੁਰਸਿੱਖਾਂ ਦੀ ਭੀੜ ਪਈ ਹੋਈ, ਇਕੱਤਰਤਾ ਹੋਈ ਹੈ। ਆਵੈ ਸੰਗਤ ਕਾਬਲ ਕੇਰੀ, ਤੇ ਸੰਗਤਾਂ ਆਉਂਦੀ ਹੈ, ਕੋਈ ਕਾਬਲ ਕੰਧਾਰ ਚੋਂ ਚੱਲ ਕੇ ਆਉਂਦੀ ਹੈ। ਬਲਖ ਬੁਖਾਰੇ ਨਗਰ ਕਨੇਰੀ, ਤੇ ਕੋਈ ਬਲਖ ਬੁਖਾਰੇ ਆਦਿ ਕਿਧਰ ਕਾਬਲ ਦੇ ਇਲਾਕੇ ਚੋਂ ਸੰਗਤ ਆ ਰਹੀ ਹੈ। ਧਨੀ ਘੇਪ ਪਿਸੋਰ ਜੇ ਬਾਸੀ, ਤੇ ਕੁਝ ਪਿਸ਼ੌਰੀਏ ਸਿੱਖ ਜਿਹੜੇ ਨੇ ਪਿਸ਼ੌਰ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਉਂਦੇ ਹਨ। ਪੁਰ ਮੁਲਤਾਨ ਸਿਕਾਰ ਪੁਰਾਸੀ, ਤੇ ਸ਼ਿਕਾਰਪੁਰੇ ਤੋਂ ਔਰ ਮੁਲਤਾਨੀ ਸਿੱਖ ਮੁਲਤਾਨ ਤੋਂ ਆਉਂਦੇ ਹਨ। ਇਤ ਦੱਖਣ ਅਰ ਪੂਰਬ ਕੇਰੀ, ਇਧਰ ਦੱਖਣ ਵਿੱਚੋਂ ਹਜੂਰ ਸਾਹਿਬ ਦੇ ਇਲਾਕੇ ਚੋਂ, ਇਧਰ ਪੂਰਬ ਪਟਨੇ ਬਿਹਾਰ ਦੇ ਇਲਾਕੇ ਚੋਂ, ਕਿਉਂਕਿ ਇਧਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਸੀਗੀ। ਮਹਾਰਾਜ ਪਟਨੇ ਆਏ, ਅੱਗੇ ਕਲਕੱਤੇ ਗਏ ਨੇ, ਸਾਰੇ ਪੂਰਬ ਦੇ ਵਿੱਚ, ਅਸਾਮ ਬੰਗਾਲ ਵਿੱਚ। ਇਧਰੋਂ ਵੀ ਸਿੱਖ ਤਰਨਤਾਰਨ ਦੀ ਸੇਵਾ ਕਰਨ ਆਉਂਦੇ ਹਨ। ਸੰਗਤ ਦਰਸੈ ਆਏ ਬਡੇਰੀ, ਔਰ ਕਹਿੰਦੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ, ਮਹਾਰਾਜ ਦਾ ਦਰਸ਼ਨ ਪਾਉਂਦੀਆਂ ਹਨ। ਕਿਤਕ ਦੇਸ ਗਿਨੀਐ ਜਗ ਕੇਰੇ, ਕਹਿੰਦੇ ਸੰਸਾਰ ਦੇ ਕਿੰਨੇ ਕੁ ਦੇਸ਼ਾਂ ਸ਼ਹਿਰਾਂ ਦਾ ਨਾਮ ਅਸੀਂ ਦਸੀਏ ਭਾਈ। ਜੇ ਆਵਤ ਗੁਰ ਦਰਸ਼ਨ ਹੇਰੇ, ਜਿਹੜੇ ਗੁਰਸਿੱਖ ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ ਆਉਂਦੇ, ਉਹਨਾਂ ਦੀ ਗਿਣਤੀ ਨਹੀਂ ਹੁੰਦੀ ਹੈ। ਤੀਰਥ ਕਾਰ ਕਰਹਿ ਸੋ ਆਏ, ਕਹਿੰਦੇ ਸਾਰੇ ਗੁਰਸਿੱਖ ਆਣ ਕੇ ਤੀਰਥ ਦੀ ਸੇਵਾ ਕਰਦੇ ਹਨ। ਤਿਸ ਪਰ ਹੋਵਤ ਖੁਸ਼ੀ ਸਿਵਾਏ, ਗਰੀਬ ਨਿਵਾਜ ਮਹਾਰਾਜ ਦੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜਿਹੜੇ ਸਰੋਵਰ ਦੀ ਸੇਵਾ ਕਰਦੇ। ਸਤ ਸੰਗਤ ਜੀ, ਜਦੋਂ ਕਿਤੇ ਵੀ ਸਥਾਨ ਤੇ ਮਹਾਰਾਜ ਦੇ ਸਰੋਵਰ ਦੀ ਸੇਵਾ ਲੱਗੀ ਹੋਵੇ, ਦੁਬਾਰਾ ਜਿਵੇਂ ਦਰਬਾਰ ਸਾਹਿਬ ਸੇਵਾ ਲੱਗੀ, ਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਸਾਧ ਸੰਗਤ ਜੀ ਸਿੱਖ ਜਹਾਜ਼ਾਂ ਦੇ ਜਹਾਜ਼ ਭਰ ਭਰ ਕੇ ਮਹਾਰਾਜ ਦੀ ਸੇਵਾ ਵਾਸਤੇ ਆਏ। ਸਰੋਵਰ ਦੀ ਸੇਵਾ ਦੀ ਐਡੀ ਵੱਡੀ ਮਹੱਤਤਾ ਹੈ। ਜਦੋਂ ਸਾਧ ਸੰਗਤ ਜੀ ਰਾਮਸਰ ਸਾਹਿਬ ਦਾ ਸਰੋਵਰ ਬਣਿਆ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਸੇਵਾ ਕੀਤੀ। ਜਦੋਂ ਕੌਲਸਰ ਦਾ ਸਰੋਵਰ ਬਣਿਆ, 5 ਟੋਕਰੇ ਪਹਿਲੇ ਮਿੱਟੀ ਦੇ 5 ਬਾਲਟੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢੋਏ, ਤੇ ਕਹਿੰਦੇ ਸੀ ਵੀ ਜਿਹੜੇ ਸਰੋਵਰ ਦੀ ਸੇਵਾ ਦੇ ਵਿੱਚ ਇੱਕ ਬਾਲਟਾ ਵੀ ਢੋਲੇਗਾ, ਗੁਰੂ ਨਾਨਕ ਉਹਦੀ ਪਰਲੋਕ ਵਿੱਚ ਬਾਹ ਫੜੇਗਾ। ਇਹ ਸਰੋਵਰ ਸਾਧ ਸੰਗਤ ਜੀ ਕੋਈ ਆਮ ਪਾਣੀ ਦੇ ਤਲਾਬ ਨਹੀਂ ਹਨ, ਜਿਵੇਂ ਕਈ ਅੱਜ ਕੱਲ ਕਹਿਣ ਲੱਗੇ ਨੇ ਨਾ, ਆਖੇ ਜੀ ਮਹਾਰਾਜ ਨੇ ਸਰੋਵਰ ਇਸ ਲਈ ਬਣਾਏ ਨੇ ਕਿ ਜਾਤ ਪਾਤ ਦਾ ਭੇਦ ਭਾਵ ਖਤਮ ਹੋਵੇ, ਪਾਣੀ ਦੀ ਭੇਟਾ ਦੇ ਖਤਮ ਹੋਵੇ। ਨਹੀਂ ਭਲਿਓ, ਇਹ ਬਾਹਰ ਮੁਖੀ ਦ੍ਰਿਸ਼ਟੀ ਨਾਲ ਵੇਖ ਲੈਣਾ ਠੀਕ ਹੈ, ਪਰ ਕਦੇ ਅੰਦਰ ਵੀ ਝਾਤੀ ਮਾਰ ਕੇ ਦੇਖੋ।
ਆ ਗੋਰੇ ਆਦਿਕ ਜਾਂ ਹੋਰ ਕਈ ਦੇਸ਼ ਨੇ ਜਿਨ੍ਹਾਂ ਵਿੱਚ ਜਾਤ ਪਾਤ ਦਾ ਕੋਈ ਭੇਦਭਾਵ ਨਹੀਂ ਹੈ, ਕਿ ਉੱਥੇ ਸਰੋਵਰਾਂ ਦੇ ਨਾਲ ਹੀ ਭੇਦਭਾਵ ਖਤਮ ਹੋਇਆ? ਤੇ ਜਿਹੜੇ ਸਰੋਵਰ ਬਣ ਗਏ ਨੇ ਤੇ ਕੀ ਭੇਦਭਾਵ ਖਤਮ ਹੋ ਗਿਆ? ਨਹੀਂ ਭਾਈ। ਬਾਹਰ ਮੁਖੀ ਦ੍ਰਿਸ਼ਟੀ ਨਾਲ ਜਿੰਨੀ ਮਰਜ਼ੀ ਅਸੀਂ ਵਿਆਖਿਆ ਕਰ ਲਈਏ ਉਹ ਸੋਹਣੀ ਹੈ, ਚੰਗੀ ਗੱਲ ਹੈ, ਲੇਕਿਨ ਉਹ ਵਿਆਖਿਆ ਨੂੰ ਸਾਧ ਸੰਗਤ ਜੀ ਮੌਲਿਕ ਵਿਆਖਿਆ ਮੰਨ ਲੈਣਾ ਇਹ ਬਹੁਤ ਵੱਡੀ ਭੁੱਲ ਹੋਵੇਗੀ। ਸਰੋਵਰ ਜਿਹੜੇ ਨੇ ਜਿੱਥੇ ਭੇਦਭਾਵ ਖਤਮ ਕਰਦੇ ਨੇ, ਨਿਸ਼ਚੈ ਹੀ ਭਿੱਟ ਨੂੰ ਛੂਆ ਛਾਤ ਨੂੰ ਖਤਮ ਕਰਦੇ ਨੇ, ਨਿਸ਼ਚੈ ਹੀ ਬਾਹਰ ਮੁਖੀ ਦ੍ਰਿਸ਼ਟੀ ਸੇ, ਉੱਥੇ ਸਾਧ ਸੰਗਤ ਜੀ ਇਹ ਸਰੋਵਰ ਬਿਲਕੁਲ ਅਸਧਾਰਨ ਸਰੋਵਰ ਹਨ। ਇਹਨਾਂ ਸਰੋਵਰਾਂ ਦੀ ਗੁਰਸਿੱਖ ਦੀ ਜ਼ਿੰਦਗੀ ਵਿੱਚ ਇੰਨੀ ਮਹੱਤਤਾ ਹੈ ਕਿ ਸਿੱਖ ਬੱਚੇ ਦੇ ਜਨਮ ਦੀ ਅਰਦਾਸ ਕਰੇ ਜਾਂ ਬਜ਼ੁਰਗ ਦੀ ਅੰਤਮ ਅਰਦਾਸ ਕਰੇ, ਇਹ ਆਪਣੀ ਕੁਝ ਮੰਗ ਗੁਰੂ ਦੇ ਅੱਗੇ ਰੱਖਣ ਤੋਂ ਪਹਿਲਾਂ ਇਹ ਗੁਰੂ ਅੱਗੇ ਇੱਕ ਮੰਗ ਕਰਦਾ, ਸਤਿਗੁਰੂ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ। ਉਹਦੇ ਵਿੱਚ ਕਹਿੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਇਹਨਾਂ ਦਰਸ਼ਨ ਇਸ਼ਨਾਨਾਂ ਦੀ ਇੰਨੀ ਵੱਡੀ ਮਹੱਤਤਾ ਹੈ ਕਿ ਸਿੱਖ ਆਪਣੀਆਂ ਜਾਨਾਂ ਹੂਲ ਕੇ ਸਿਰ ਤਲੀ ਤੇ ਧਰ ਕੇ ਸਾਧ ਸੰਗਤ ਜੀ ਤੁਰਕੜਿਆਂ ਦੇ ਰਾਜ ਵਿੱਚ ਤੁਲਕੜਿਆਂ ਦੇ ਲਿਬਾਸ ਆਦਿਕ ਬਣਾ ਕੇ ਸਿਰ ਵੱਢ ਕੇ ਜਾਂ ਸਿਰ ਵਢਾਉਂਦੇ ਹੋਏ ਵੀ ਸਾਧ ਸੰਗਤ ਜੀ ਇਸ਼ਨਾਨ ਕਰਕੇ ਆਉਂਦੇ ਰਹੇ, ਜੋਤਾਂ ਜਗਾ ਕੇ ਆਉਂਦੇ ਰਹੇ। ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਸਰੋਵਰ ਦੀ ਬੇਅਦਬੀ ਨੂੰ ਜਾਣ ਕੇ ਬੁੱਢੇ ਜਰਨੈਲ ਪੰਥ ਦੇ ਧੰਨ ਧੰਨ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਸਰੋਵਰ ਦੀ ਪਵਿੱਤਰਤਾ ਦੇ ਵਾਸਤੇ ਸਾਧ ਸੰਗਤ ਜੀ ਆਪਣਾ ਸੀਸ ਕੁਰਬਾਨ ਕਰਿਆ। ਤੋ ਸਾਧ ਸੰਗਤ ਜੀ ਓਨੀਆਂ ਜਲ ਦੀਆਂ ਬੂੰਦਾਂ ਨਹੀਂ ਸਰੋਵਰ ਵਿੱਚ ਜਿੰਨੀਆਂ ਗੁਰੂ ਕੇ ਗੁਰਸਿੱਖਾਂ ਨੇ ਸਾਧ ਸੰਗਤ ਜੀ ਆਪਣੇ ਖੂਨ ਦੇ ਕਤਰੇ ਉਹਦੀ ਮਹਿਮਾ ਮਹੱਤਤਾ ਦੇ ਵਾਸਤੇ ਦਰਸਾਏ ਨੇ। ਇਹ ਮਹਾਰਾਜ ਦੇ ਸਰੋਵਰ ਬਹੁਤ ਵੱਡੇ ਪਵਿੱਤਰ ਤੋਂ ਮਹਾ ਪਵਿੱਤਰ ਨੇ। ਔਰ ਸਤਿਗੁਰਾਂ ਨੇ ਬਾਣੀ ਵਿੱਚ ਸਪਸ਼ਟ ਰੂਪ ਦੇ ਵਿੱਚ ਕਿਹਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਅਨੰਤ ਬਚਨ ਸਾਧ ਸੰਗਤ ਜੀ ਮਹਾਰਾਜ ਨੇ ਬਾਣੀ ਵਿੱਚ ਭਾਈ ਗੁਰਦਾਸ ਜੀ ਸਾਹਿਬ ਆਦਿਕ ਪ੍ਰਾਤਨ ਗ੍ਰੰਥਾਂ ਵਿੱਚ ਆਉਂਦੇ ਨੇ। ਹੋਰ ਅਸੀਂ ਕਿਹੜਾ ਪ੍ਰਮਾਣ ਭਾਲਦੇ ਹਾਂ ਆਪਣੀ ਸ਼ਰਧਾ ਨੂੰ ਠੱਲਣ ਦੇ ਵਾਸਤੇ? ਗੁਰੂ ਕੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਕਾਫੀ ਹਨ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਸ਼ਰਧਾ ਬਣਾਉਣ ਵਾਸਤੇ। ਗੁਰੂ ਕਾ ਸਿੱਖ ਮਹਾਰਾਜ ਦੇ ਸਰੋਵਰਾਂ ਗੁਰੂ ਕੀਆਂ ਬੌਲੀਆਂ ਤੀਰਥਾਂ ਦੇ ਉੱਪਰ ਭਾਵਨਾ ਰੱਖੇ, ਸਦਕੇ ਜਾਵੇ ਸਾਧ ਸੰਗਤ ਜੀ। ਇਹਨਾਂ ਤੋਂ ਤੁਰਕੜੇ ਜਾਣਦੇ ਸਨ, ਪੁੱਛਦੇ ਸੀ ਆਪਸ ਵਿੱਚ ਇੱਕ ਦੂਜੇ ਨੂੰ, ਆਖੇ ਜੀ ਸ਼ਕਤੀ ਕਿੱਥੋਂ ਮਿਲਦੀ ਹੈ? ਕਹਿੰਦੇ ਇਹਨਾਂ ਨੂੰ ਸ਼ਕਤੀ ਮਿਲਦੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਤੋਂ। ਆਖੇ ਜੀ ਪੂਰ ਦਿਓ ਫਿਰ। ਤੁਰਕੜਿਆਂ ਨੇ ਸਰੋਵਰ ਪੂਰੇ, ਸਿੰਘਾਂ ਨੇ ਸਿਰ ਵੱਢੇ। ਅੱਜ ਕਿਸੇ ਦੀ ਸਰੋਵਰ ਪੂਰਨ ਦੀ ਹਿੰਮਤ ਨਹੀਂ, ਪਰ ਨਕੰਮੇ ਲੋਕ ਜਿਹੜੇ ਨੇ ਸਾਧ ਸੰਗਤ ਜੀ ਉਹ ਹਿਰਦਿਆਂ ਵਿੱਚੋਂ ਸਰੋਵਰ ਦੀ ਭਾਵਨਾ ਨੂੰ ਪੂਰਨ ਦਾ ਖਤਮ ਕਰਨ ਦਾ ਯਤਨ ਕਰਦੇ ਨੇ। ਇਹ ਬੜੀ ਕੋਝੀ ਚਾਲ ਹੈ। ਗੁਰੂ ਕੇ ਗੁਰਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ, ਪਰ ਸਿੱਖ ਬੜੇ ਸੁਚੇਤ ਨੇ। ਉਦਾਂ ਦੇ ਭਾਵੇਂ ਕੋਈ ਮਹੀਨੇ ਬਾਅਦ ਜਾ ਕੇ ਇਸ਼ਨਾਨ ਕਰੇ ਸਰੋਵਰ ਦੇ ਵਿੱਚ, ਪਰ ਜਦੋਂ ਕੋਈ ਤਰਕਾਂ ਕੁਤਰਕਾਂ ਕਰਦਾ ਤੇ ਗੁਰੂ ਕੇ ਗੁਰਸਿੱਖ ਫਿਰ ਹਰ ਰੋਜ਼ ਹੀ ਜਾਂ ਹਫ਼ਤੇ ਬਾਅਦ ਹੀ ਜਾ ਕੇ ਉੱਥੇ ਇਸ਼ਨਾਨ ਕਰਕੇ ਜਕਾਰੇ ਛੱਡ ਕੇ ਆਉਂਦੇ ਨੇ ਕਿ ਗੁਰੂ ਕੇ ਨਿੰਦਕੋ, ਤੁਸੀਂ ਜਿੰਨਾ ਸਾਨੂੰ ਰੋਕੋਗੇ ਅਸੀਂ ਤੇ ਤੁਰਕੜਿਆਂ ਦੇ ਕਹਿਣ ਤੇ ਨਹੀਂ ਰੁਕੇ, ਜਿਨ੍ਹਾਂ ਨੇ ਸਾਡੇ ਸਿਰ ਵੱਡੇ, ਤੁਹਾਡੇ ਕਹਿਣ ਤੇ ਅਸੀਂ ਕਿੱਥੇ ਰੁਕਣਾ? ਆ ਲੋ ਦੋ ਦੀ ਜਗ੍ਹਾ ਤੇ 5 ਚੁੱਭੇ ਲਾਉਂਦੇ ਆ, ਤੁਸੀਂ ਮਰ ਜਾਓ ਜਿੱਥੇ ਮਰਨਾ ਡੁੱਬ ਕੇ, ਅਸੀਂ ਤੇ ਗੁਰੂ ਕੇ ਸਰੋਵਰਾਂ ਵਿੱਚ ਇਸ਼ਨਾਨ ਕਰਾਂਗੇ ਤੇ ਕਰਾਂਗੇ। ਇਹ ਬਹੁਤ ਵੱਡੇ ਮਹਾਨ ਤੋਂ ਮਹਾਨ ਸਰੋਵਰ ਹਨ। ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਪਹਿਲਾਂ ਇਸ਼ਨਾਨ ਕਰੇ ਖੂਹ ਆਦਿਕ ਤੋਂ, ਫਿਰ ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਨਹਾਵੇ। ਮਹਾਰਾਜ ਨੇ ਬਚਨ ਵੀ ਕਹੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ। ਇਹਦੇ ਕੀ ਅਰਥ ਨੇ? ਨਿਰਮਲ ਹੋਏ ਕਰ ਇਸਨਾਨਾ। ਇਹ ਸੰਪਰਦਾਈ ਵਿਦਵਾਨ ਇਹਦਾ ਅਰਥ ਪੜਾਉਂਦੇ। ਪਹਿਲਾਂ ਨਿਰਮਲ ਹੋ ਕੇ ਪਹਿਲਾਂ ਖੂਹ ਤੋਂ ਇਸ਼ਨਾਨ ਕਰਦੇ ਸਨ ਸਿੱਖ। ਹੁਣ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੂਟੀਆਂ ਲਾਈਆਂ ਨੇ। ਪਹਿਲਾਂ ਟੂਟੀ ਤੋਂ ਇਸ਼ਨਾਨ ਕਰਨਾ, ਆਪਣੇ ਸਰੀਰ ਨੂੰ ਨਿਰਮਲ ਕਰਨਾ, ਬਾਹਰੀ ਤੌਰ ਤੇ ਪਸੀਨਾ ਆਦਿਕ ਦੂਰ ਕਰਨਾ। ਜੋ ਅਸੀਂ ਬਾਹਰੋਂ ਇਸ਼ਨਾਨ ਕਰਦੇ ਹਾਂ ਟੂਟੀ ਖੂਹ ਆਦਿਕ ਤੋਂ, ਉਹਦਾ ਸੰਬੰਧ ਸਾਡੇ ਜਿਸਮ ਦੇ ਨਾਲ ਹੈ। ਤੇ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਦੇ ਆ ਉਹਦਾ ਸੰਬੰਧ ਸਾਡੇ ਜ਼ਿਹਨ ਨਾਲ ਹੈ, ਸਾਡੇ ਹਿਰਦੇ ਨਾਲ ਹੈ। ਉਹਦਾ ਸਾਡੇ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ ਸਾਧ ਸੰਗਤ ਜੀ। ਉਹ ਸਾਡਾ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਉਹਦਾ ਸੰਬੰਧ ਹੈ। ਤੇ ਗੁਰੂ ਕੇ ਗੁਰਸਿੱਖ ਜਿਹੜੇ ਨੇ ਗੁਰੂ ਕੇ ਸਰੋਵਰਾਂ ਤੀਰਥਾਂ ਬੌਲੀਆਂ ਦੇ ਉੱਪਰ ਭਾਵਨਾ ਰੱਖਦੇ ਨੇ, ਔਰ ਬੜੀ ਦ੍ਰਿੜਤਾ ਦੇ ਸਹਿਤ ਭਾਵਨਾ ਰੱਖਦੇ। ਤੇ ਗਰੀਬ ਨਿਵਾਜ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੇਵਾ ਕਰਾਉਂਦੇ ਨੇ। ਤੀਰਥ ਕਾਰ ਕਰੇ ਸੋ ਆਏ,
ਤਿਸ ਪਰ ਹੋਵਤ ਖੁਸ਼ੀ ਸਵਾਏ। ਜਿਹੜਾ ਤੀਰਥਾਂ ਦੀ ਆਣ ਕੇ ਸੇਵਾ ਕਰਦਾ ਸਰੋਵਰਾਂ ਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਉਹਦੇ ਉੱਪਰ ਬਹੁਤੇ ਖੁਸ਼ ਪ੍ਰਸੰਨ ਹੁੰਦੇ ਉਦੋਂ ਵੀ ਅਤੇ ਅੱਜ ਵੀ। ਸਤਿਗੁਰ ਕੋ ਰੁਖ ਦੇਖੈ ਜਿਉ ਜਿਉ। ਸਿੱਖ ਜਿਵੇਂ ਜਿਵੇਂ ਮਹਾਰਾਜ ਜੀ ਦਾ ਰੁਖ ਦੇਖਦੇ ਨੇ, ਮਹਾਰਾਜ ਦੀ ਪ੍ਰਸੰਨਤਾ ਦੇਖਦੇ ਹਨ, ਖਨ ਹੈ ਕਾਰਿ ਕਰੂ ਹੈ ਨਰ ਤਿਉ ਤਿਉ। ਉਵੇਂ ਉਵੇਂ ਗੁਰੂ ਕੇ ਗੁਰਸਿੱਖ ਬੜੀ ਦ੍ਰਿੜਤਾ ਦੇ ਨਾਲ, ਬੜੇ ਹੱਠ ਤਪ ਦੇ ਨਾਲ ਮਹਾਰਾਜ ਦੇ ਸਰੋਵਰ ਦੀ ਸੇਵਾ ਕਰਦੇ ਹਨ। ਇਸ ਵਿਦ ਕੇਤੇ ਮਾਸ ਬਿਤਾਏ। ਇਸ ਪ੍ਰਕਾਰ ਮਹਾਰਾਜ ਨੇ ਕੁਝ ਮਹੀਨੇ ਉੱਥੇ ਬਤੀਤ ਕੀਤੇ ਹਨ। ਪੂਰਬ ਦਿਸ ਸੋਪਾਨ ਬਣਾਏ। ਪੂਰਬ ਦੀ ਦਿਸ਼ਾ ਦੀਆਂ ਜਿਹੜੀਆਂ ਸੋਪਾਨ ਪੌੜੀਆਂ ਹਨ ਸਰੋਵਰ ਦੀਆਂ, ਉਹ ਬਣ ਗਈਆਂ ਹਨ। ਕੇਤਕ ਖਣੀ ਭੂਮਿਕਾ ਤਹਾਂ। ਕੁਝ ਕੁ ਉੱਥੇ ਭੂਮਿਕਾ ਜਿਹੜੀ ਸਾਧ ਸੰਗਤ ਦੀ ਜ਼ਮੀਨ ਹੈ ਉਹ ਵੀ ਪੁੱਟ ਦਿੱਤੀ ਹੈ। ਗੁਰੂ ਕਾਮ ਤੀਰਥ ਹੋਏ ਮਹਾ। ਮਹਾਰਾਜ ਦੀ ਇਹੋ ਮਨ ਦੀ ਕਾਮਨਾ ਹੈ ਕਿ ਬੜਾ ਵੱਡਾ ਤੀਰਥ ਜਿਹੜਾ ਹੈ ਤਿਆਰ ਬਰ ਤਿਆਰ ਹੋ ਜਾਵੇ। ਦੋਹਰਾ ਦਿਨ ਦਿਨ ਪ੍ਰਤ ਤੀਰਥ ਬਣਤ ਸਤਿਗੁਰ ਕਰਹਿ ਤਗੀਦ। ਇਸ ਪ੍ਰਕਾਰ ਦਿਨ ਪ੍ਰਤੀ ਦਿਨ ਜਿਹੜਾ ਤੀਰਥ ਹੈ ਉਹ ਬਣਦਾ ਜਾ ਰਿਹਾ, ਤਿਆਰ ਹੁੰਦਾ ਜਾ ਰਿਹਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਾਕੀਦ ਕਰਦੇ ਹਨ। ਆਪ ਆਪਨੇ ਕਾਜ ਕਰ ਸੰਧਿਆ ਹੋਤ ਰਸੀਦ। ਜਿਸ ਵੇਲੇ ਸੰਧਿਆ ਪੈ ਜਾਂਦੀ, ਸ਼ਾਮ ਹੋ ਜਾਂਦੀ, ਸਾਰੇ ਗੁਰਸਿੱਖ ਆਪੋ ਆਪਣੇ ਕੰਮ ਕਾਰ ਕਰਕੇ ਆਪੋ ਆਪਣੇ ਥਾਵਾਂ ਤੇ ਜਾਂਦੇ, ਰਹਿ ਰਸ ਦਾ ਦੀਵਾਨ ਸਜਦਾ ਫਿਰ। ਚੋਪਈ ਨਿਤ ਪ੍ਰਤ ਸਤਿਗੁਰ ਸੁਧ ਸਭ ਲਹੈ। ਨਿਤ ਪ੍ਰਤੀ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਸੇਵਾ ਦੀ ਆਪ ਸੰਭਾਲ ਕਰਦੇ ਹਨ। ਕਰਹੁ ਭਲੇ ਤੂੰ ਰਣ ਤਿਨ ਕਹੈ। ਮਹਾਰਾਜ ਕਹਿੰਦੇ ਭਾਈ ਛੇਤੀ ਨਾਲ ਇਹ ਸੇਵਾ ਸੰਪੂਰਨ ਕਰ ਦਿਓ। ਈਟਨ ਕੇ ਸਮੁਦਾਇ ਪਜਾਵੈ। ਕਹਿੰਦੇ ਇੱਟਾਂ ਜਿਹੜੀਆਂ ਨੇ ਉਹਨਾਂ ਦੇ ਆਵੇ ਲਾਏ ਹੋਏ ਇੱਟਾਂ ਪਹੁੰਚਦੀਆਂ ਹਨ। ਬਹੁ ਨਰ ਲਾਗੇ ਤਿਨ ਹੈ ਪਕਾਵੈ। ਬਹੁਤ ਸਾਰੇ ਜਿਹੜੇ ਮਨੁੱਖ ਨੇ ਲੱਗੇ ਹੋਏ ਨੇ, ਕਲਾਲ ਗੁਰੂ ਕੇ ਗੁਰਸਿੱਖ ਬੜੇ ਪ੍ਰੇਮ ਸਹਿਤ, ਜਿਨ੍ਹਾਂ ਨੂੰ ਇੱਟਾਂ ਦਾ ਤਜਰਬਾ ਹੈ ਸ਼ੁਰੂ ਤੋਂ, ਜਿਨ੍ਹਾਂ ਦਾ ਕਿੱਤਾ ਇੱਟਾਂ ਦਾ ਹੈ, ਕੁੰਭਾਰ ਗੁਰੂ ਕੇ ਗੁਰਸਿੱਖ ਭਾਵਨਾ ਵਾਲੇ, ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕਮਾਈਆਂ ਹੋਈਆਂ। ਸਾਧ ਸੰਗਤ ਜੀ, ਉਹ ਮਹਾਰਾਜ ਦੇ ਘਰ ਵਾਸਤੇ ਇੱਟਾਂ ਪਕਾਉਂਦੇ ਹਨ। ਤਹਾਂ ਨੂਰ ਦੀ ਤੁਰਕ ਹੰਕਾਰੀ। ਕਹਿੰਦੇ ਉੱਥੇ ਇੱਕ ਨੂਰਦੀਨ ਨਾਮ ਦਾ ਤੁਰਕੜਾ ਸੀਗਾ, ਬਹੁਤ ਆਫਰਿਆ ਹੋਇਆ, ਹੰਕਾਰਿਆ। ਸਿਫਤੀ ਪਰਵਤਗਾਰ ਵਿਸਾਰੀ। ਜਿਹਨੇ ਪਰਵਰਦਗਾਰ ਵਾਹਿਗੁਰੂ ਜੀ ਦੀ ਸਿਫਤ ਜਿਹੜੀ ਹੈ, ਵਡਿਆਈ ਭੁਲਾਈ ਹੋਈ, ਪਾਪੀ ਹੈ, ਨਿੰਦਕ। ਉਤੋ ਤਹਾਂ ਤੇ ਕੋਸ ਅਢਾਈ। ਕਹਿੰਦੇ ਮਹਾਰਾਜ ਤੋਂ 2.5 ਕੋਹ ਸੀਗਾ। ਕੋਹ ਜਿਹੜਾ ਕਿਲੋਮੀਟਰ ਮੀਲ ਤੋਂ ਵੀ ਵੱਡਾ ਹੁੰਦਾ ਹੈ। ਚਿਨਵਾਵਤ ਸੋ ਆਪਨ ਸਰਾਈ। ਕਹਿੰਦੇ ਉਹ ਉੱਥੇ ਆਪਣੀ ਸਰਾਂ ਬਣਾਉਂਦਾ ਸੀ। ਅੱਜ ਵੀ ਇਹਨੂੰ ਨੂਰਦੀਨ ਦੀ ਸਰਾਂ ਕਹਿੰਦੇ ਨੇ। ਸ਼ਾਇਦ ਜਿਹੜੀ ਸੰਗਤ ਉੱਥੋਂ ਆਈ ਜਾਂ ਉੱਥੇ ਸੁਣਦੀ ਹੈ ਕਥਾ, ਉਹਨਾਂ ਨੂੰ ਪਤਾ ਹੋਵੇਗਾ ਉੱਥੇ ਵੀ ਨੂਰਦੀਨ ਦੀ ਸਰਾਂ, ਬੜਾ ਵੱਡਾ ਉੱਥੇ ਨਗਰ ਕਸਬਾ ਵਸਿਆ ਹੋਇਆ। ਤੋ ਉਸ ਪ੍ਰਕਾਰ ਉੱਥੇ ਆਪਣੀ ਸਰਾਂ ਬਣਾਉਂਦਾ ਸੀ। ਇਹ ਨੂਰਦੀਨ ਨਾਮ ਦਾ ਜਿਹੜਾ ਹੰਕਾਰਿਆ ਹੋਇਆ ਸਾਧ ਸੰਗਤ ਜੀ ਖਾਨ ਹੈ ਤੁਰਕੜਾ। ਰਹਿਤੋ ਹੁਤੋ ਦਿੱਲੀ ਸੁਰ ਤੀਰ। ਕਹਿੰਦੇ ਦਿੱਲੀ ਸ਼ੁਰ ਦੇ ਪਾਸ, ਸੋ ਜਹਾਂਗੀਰ ਦੇ ਪਾਸ ਰਹਿੰਦਾ ਸੀਗਾ। ਜਾਂ ਤੇ ਗਰਬਤ ਮੂੜ ਅਧੀਰ। ਇਸ ਕਰਕੇ ਇਹਨੂੰ ਬਹੁਤ ਜ਼ਿਆਦਾ ਹੰਕਾਰ ਸੀ ਆਪਣੇ ਮਰਾਤਬੇ ਦਾ। ਤਿਸਕੇ ਚਿਨਤ ਈਟ ਥਰ ਗਈ। ਕਹਿੰਦੇ ਇਹਦੇ ਚਿਣਦਿਆਂ ਚਿਣਦਿਆਂ ਸਰਾਂ ਬਣਾਉਂਦਿਆਂ ਇਹਦੀਆਂ ਇੱਟਾਂ ਜਿਹੜੀਆਂ ਨੇ ਥੁਰ ਗਈਆਂ, ਥੁੜ ਗਈਆਂ, ਘਟ ਗਈਆਂ। ਕਿਤ ਤੇ ਹੱਥ ਨ ਆਵਤ ਪਈ। ਤੇ ਬੜਾ ਇਹਨੇ ਯਤਨ ਕੀਤਾ। ਮੌਸਮ ਵੀ ਉਸ ਹਿਸਾਬ ਦਾ, ਔਰ ਪੁਰਾਣੇ ਜ਼ਮਾਨਿਆਂ ਵਿੱਚ ਇੱਟਾਂ ਬਣਦਿਆਂ ਵੀ ਟਾਈਮ ਲੱਗਦਾ ਸੀ। ਇਹਨੂੰ ਇੱਟਾਂ ਕਿਧਰੋਂ ਵੀ ਨਾ ਮਿਲੀਆਂ। ਜਦੋਂ ਅਟਕ ਰਹੀ ਤਿਸ ਕਾਰ ਉਸਾਰੀ। ਕਹਿੰਦੇ ਇਹਦੀ ਜਿਹੜੀ ਉਸਾਰੀ ਦੀ ਕਾਰ ਸੀ, ਸਰਾਂ ਬਣਦੀ ਸੀ, ਜਦੋਂ ਉਹ ਅਟਕ ਗਈ ਹੈ, ਰੁਕ ਗਈ ਹੈ। ਖੋਜ ਰਹੇ ਨ ਨਿਕਟ ਨਿਹਾਰੀ। ਕਹਿੰਦੇ ਬੜਾ ਖੋਜਦਾ ਰਿਹਾ, ਪਰ ਆਸ-ਪਾਸ ਤੇ ਕਿਤੇ ਵੀ ਇੱਟਾਂ ਨਾ ਮਿਲੀਆਂ ਇਸ ਨੂੰ। ਤਬ ਕਿਸ ਹੂ ਨੇ ਤਿਹ ਸੋ ਕਹਿਓ। ਤੇ ਕਿਸੇ ਸੂਈਏ ਨੇ, ਖਬਰ ਦੇਣ ਵਾਲੇ ਨੇ, ਇਹ ਨੂਰਦੀਨ ਦੇ ਤਾਈਂ, ਜਾਂ ਕਈ ਥਾਵਾਂ ਤੇ ਲਿਖਿਆ ਕਿ ਨੂਰਦੀਨ ਦਾ ਮੁੰਡਾ ਸੀ ਅਮਰੂਦੀਨ, ਉਹਦੇ ਤਾਈਂ ਬਚਨ ਆਖਿਆ ਹੈ। ਸੁਣੋ ਕਾਜ ਮੈਂ ਤੁਮਰੋ ਲਹਿਓ। ਸੁਣੋ ਮੈਂ ਤੁਹਾਡਾ ਕੰਮ ਪੂਰਾ ਕਰਦਾ, ਇੱਕ ਸਲਾਹ ਸੁਣੋ ਮੇਰੀ। ਸ੍ਰੀ ਗੁਰੂ ਰਾਮਦਾਸ ਕੇ ਨੰਦ। ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਰਵਾਵਤ ਹੈ ਤਾਲ ਬਿਲੰਦ। ਇੱਥੇ ਨੇੜੇ ਬਹੁਤ ਵੱਡਾ ਸਰੋਵਰ ਬਣਾਉਂਦੇ ਹਨ ਤਰਨ ਤਾਰਨ ਦੇ ਸਥਾਨ ਉੱਪਰ। ਤਿਨ ਕੇ ਆਵੇ ਭਏ ਤਿਆਰ। ਉਹਨਾਂ ਦੇ ਇੱਟਾਂ ਦੇ ਆਵੇ ਜਿਹੜੇ ਨੇ ਤਿਆਰ ਬਰ ਤਿਆਰ ਹੋਏ ਹਨ। ਬੜੀ ਈਟਿਕਾ ਪਾਕੀ ਸਾਰ। ਵੱਡੀਆਂ ਵੱਡੀਆਂ ਪੱਕੀਆਂ ਇੱਟਾਂ ਲੋਹੇ ਵਰਗੀਆਂ ਉਹਨਾਂ ਦੀਆਂ ਤਿਆਰ ਬਰ ਤਿਆਰ। ਉਹਨਾਂ ਦੇ ਸਿੱਖ ਜਿਹੜੇ ਨੇ ਨਾ, ਉਹ ਬੜੇ ਸਿਆਣੇ ਤੇ ਭਾਵਨਾ ਵਾਲੇ ਹਨ। ਉਹਨਾਂ ਜ਼ਮਾਨੇ 'ਚ ਇੱਟਾਂ ਪਕਾਉਣੀਆਂ ਬਹੁਤ ਔਖੀਆਂ ਸਨ। ਸਾਧ ਸੰਗਤ ਜੀ, ਮਹਾਰਾਜ ਦੀ ਕਥਾ 'ਚ ਬਚਨੋਂ ਤੁਸੀਂ ਸੁਣ ਕੇ
ਸਾਧ ਸੰਗਤ ਜੀ ਹੈਰਾਨ ਹੋ ਜਾਓਗੇ। ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਇੱਟਾਂ ਪਕਾਉਂਦੇ ਸੀ ਨਾ, ਤੇ ਇੱਟਾਂ ਵਿੱਚ ਸੋ ਕੂੜਾ ਆਦਿਕ, ਕੂੜਾ ਕਰਕਟ ਆਦਿਕ, ਡਸਟ ਆਦਿਕ ਲਿਆ ਕੇ ਪਾਉਂਦੇ ਸਨ ਆਂਵਿਆਂ ਦੇ ਵਿੱਚ। ਉਹਦੇ ਕਰਕੇ ਇੱਟਾਂ ਜਿਹੜੀਆਂ ਸਨ ਬਹੁਤ ਵਧੀਆ ਪੱਕਦੀਆਂ ਸਨ। ਇੱਥੇ ਨੇੜੇ ਆ ਕੰਗਣ ਘਾਟ ਦੇ ਆਸ-ਪਾਸ ਸਾਧ ਸੰਗਤ ਜੀ, ਆ ਗੰਗਾ ਜੀ ਦੇ ਕੰਢੇ ਦੇ ਉੱਪਰ ਬੜੇ ਭੱਠੇ ਲੱਗੇ ਹੋਏ, ਕਦੀ ਜਾ ਕੇ ਦੇਖ ਲੈਣਾ। ਉਹਦੇ ਆਸ-ਪਾਸ ਤੋਂ ਬਹੁਤ ਭੈੜੀ ਸਮੈਲ ਆਉਂਦੀ ਹੋਵੇਗੀ। ਆ ਜਿਹੜੀਆਂ ਰਬੜਾਂ, ਟੂਬਾਂ ਆਦਿਕ, ਪਲਾਸਟਿਕ ਆਦਿਕ ਜਲਾਉਂਦੇ ਨੇ, ਉਹ ਬੜੀ ਲੰਮਾ ਸਮਾਂ ਜਲਦੀ ਰਹਿੰਦੀ ਹੈ। ਬਹੁਤ ਭੈੜੀ, ਭੈੜੇ ਤੋਂ ਭੈੜੇ ਪਦਾਰਥ ਸਾਧ ਸੰਗਤ ਜੀ ਆਂਵਿਆਂ ਦੇ ਵਿੱਚ ਪੈਂਦੇ। ਕਥਾ ਵਿੱਚ ਬਚਨ ਆਉਂਦਾ ਸਾਧ ਸੰਗਤ ਜੀ, ਇੱਕ ਸਿੱਖ ਹੋਇਆ ਭਾਈ ਬਹਿਲੋਂ, ਇਹਨੇ ਮਹਾਰਾਜ ਵਾਸਤੇ ਆਵੇ ਪਕਾਏ, ਤੇ ਇਹਨੇ ਆਵੇ ਦੇ ਵਿੱਚ ਮੈਲਾ ਗੰਦਗੀ ਲਿਆ ਕੇ ਪਾਉਣ ਤੋਂ ਵੀ ਕੋਈ ਗੁਰੇਜ਼ ਨਾ ਕੀਤਾ। ਲੋਕ ਨੇੜੇ ਨਹੀਂ ਜਾਂਦੇ, ਇੰਨੇ ਸਿਦਕ ਨਾਲ ਇਹਨੇ ਸਾਧ ਸੰਗਤ ਜੀ ਸੇਵਾ ਕੀਤੀ। ਤੇ ਮਹਾਰਾਜ ਨੇ ਬਚਨ ਕਹੇ ਸੀ, ਭਾਈ ਬਹਿਲੋਂ ਸਭ ਤੋਂ ਪਹਿਲੇ ਸਿੱਖ ਹੁੰਦਾ। ਇਹਨਾਂ ਨੂੰ ਖਿਤਾਬ ਦੇ ਕੇ ਮਹਾਰਾਜ ਜੀ ਨੇ ਨਵਾਜਿਆ। ਗੁਰੂ ਕੇ ਸਿੱਖ ਸਾਧ ਸੰਗਤ ਜੀ ਸਿਰਫ ਮਜ਼ਦੂਰੀ ਨਹੀਂ, ਉਹਨਾਂ ਦੀ ਮਜ਼ਦੂਰੀ ਵਿੱਚ ਸਾਧ ਸੰਗਤ ਜੀ ਸਿਰੜ, ਸਿਦਕ, ਭਾਵਨਾ, ਸਬਰ, ਸੰਤੋਖ ਇਹ ਵੀ ਸਿਰੇ ਦਾ ਸੀ। ਤੇ ਹੋਰਨਾਂ ਲੋਕਾਂ ਦੇ ਮੁਕਾਬਲੇ ਇਹਨਾਂ ਦੀਆਂ ਇੱਟਾਂ ਇੰਨੀਆਂ ਮਜ਼ਬੂਤ ਸੀ ਵੀ ਕੋਈ ਬਰੂਦ ਵੀ ਲਿਆ ਕੇ ਮਾਰੇ ਤੇ ਕੋਈ ਅਸਰ ਨਾ ਹੋਵੇ, ਇੰਨੀ ਮਜ਼ਬੂਤੀ। ਇਹ ਸਿੱਖ ਦੀ ਭਾਵਨਾ। ਇੱਕ ਵਚਨ ਚੇਤੇ ਆ ਰਿਹਾ, ਆ ਤਖਤ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਜਿਹੜੀ ਸੋਹਣੀ ਸੁੰਦਰ ਹੁਣ ਇਮਾਰਤ ਬਣੀ ਯੂਕੇ ਵਾਲੇ ਮਹਾਂਪੁਰਖਾਂ ਦੇ ਪਾਸੋਂ, ਇਹ ਤੋਂ ਪਹਿਲੀ ਜਿਹੜੀ ਇਮਾਰਤ ਸੀ ਉਹ ਬਣਾਈ ਸੀ ਮਹਾਂਪੁਰਖ ਬਾਬਾ ਨਿਸ਼ਚਲ ਸਿੰਘ ਸਾਹਿਬ ਜੀ, ਜਮਨਾ ਨਗਰ ਜਗਾਦਰੀ ਵਾਲੇ। ਅਸੀਂ ਅੱਖਾਂ ਨਾਲ ਦੇਖਿਆ ਜਦੋਂ 1516 ਵਿੱਚ ਸਾਧ ਸੰਗਤ ਜੀ ਇੱਥੇ ਸੇਵਾ ਚੱਲਦੀ, ਇੰਨੀ ਮਜ਼ਬੂਤੀ, ਜਿੱਥੋਂ ਤੱਕ ਮੇਰੇ ਧਿਆਨ 'ਚ ਹੈ, ਇੰਨਾ ਮੋਟਾ ਸਰੀਆ ਕਿ ਉਹ ਸਰੀਆ ਹੀ ਫਿਰ ਦੁਬਾਰਾ ਵਰਤੋਂ ਵਿੱਚ ਲਿਆਂਦਾ ਗਿਆ, ਭਾਵੇਂ ਉਹਨੂੰ ਬਣਿਆ ਨੂੰ ਕਈ ਦਹਾਕੇ ਹੋ ਗਏ। ਇੱਥੇ ਪਟਨੇ ਵਿੱਚ ਭੂਕੰਪ ਬਹੁਤ ਜ਼ਿਆਦਾ ਆਉਂਦਾ, ਆ ਨੇਪਾਲ ਨੇੜੇ ਹੋਣ ਕਰਕੇ ਭੂਕੰਪ, ਭੁਚਾਲ ਆਦਿਕ ਬਹੁਤ ਜ਼ਿਆਦਾ ਆਉਂਦਾ। ਤਰੇੜਾਂ ਤੇ ਪੈ ਗਈਆਂ ਸਨ ਇਮਾਰਤ ਵਿੱਚ, ਪਰ ਡਿੱਗੇ ਕਦੇ ਨਹੀਂ। ਇੰਨੀ ਮਜ਼ਬੂਤੀ ਨਾਲ ਉਹਨਾਂ ਮਹਾਂਪੁਰਖਾਂ ਨੇ ਸੇਵਾ ਕਰਾਈ। ਜਿਹੜਾ ਪੱਥਰ ਵੀ ਲੱਗਾ ਸੀ, ਪੱਥਰ ਅਸੀਂ ਆਪ ਦੇਖਦੇ ਸੀ ਕਈ ਇੰਚ ਤੱਕ ਉਹ ਮੋਟਾ ਸੀਗਾ ਪੱਥਰ। ਸਾਧ ਸੰਗਤ ਜੀ ਇੰਨੀ ਮਜ਼ਬੂਤੀ ਮਹਾਰਾਜ ਦੀ ਸੇਵਾ ਦੇ ਵਿੱਚ। ਕਿਸੇ ਨੇ ਨਹੀਂ ਰਹਿਣਾ ਦੁਨੀਆ ਤੇ, ਪਰ ਗੁਰੂ ਨਾਨਕ ਦਾ ਘਰ, ਗੁਰੂ ਕੇ ਤਖਤ, ਗੁਰੂ ਕੇ ਨਿਸ਼ਾਨ ਸਾਧ ਸੰਗਤ ਜੀ ਜੁਗ ਹੈ, ਜੁਗ ਅਟਲ ਹਨ। ਇਹਨੂੰ ਬਣਾਉਣ ਵਿੱਚ ਸਿੱਖ ਨੂੰ ਆਪਣੀ ਜਾਨ ਹੂੜ ਦੇਣੀ ਚਾਹੀਦੀ, ਦ੍ਰਿੜਤਾ ਦੇ ਨਾਲ, ਪਰਪੱਕਤਾ ਦੇ ਨਾਲ। ਮਹਾਂਪੁਰਖ ਬਾਬਾ ਹਜੂਰਾ ਸਿੰਘ ਸਾਹਿਬ ਹੋਏ ਨੇ, ਹਜੂਰ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ। ਉਹ ਕਹਿੰਦੇ ਸੀ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਸਵਾਰਦਾ ਹੈ ਨਾ, ਉਹਦਾ ਘਰ ਗੁਰੂ ਨਾਨਕ ਸਵਾਰਦਾ। ਤੇ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਮਜ਼ਬੂਤੀ ਨਾਲ ਬਣਾਉਂਦਾ ਹੈ ਨਾ, ਉਹਦੀ ਸੰਸਾਰ ਤੇ ਨਾਮ ਵੀ ਮਜ਼ਬੂਤ ਰਹਿੰਦਾ ਸਾਰੀ ਦੁਨੀਆ ਤੱਕ। ਹੁਣ ਵੇਖ ਲਓ ਮਹਾਂਪੁਰਖ ਬਾਬਾ ਨਿਸ਼ਚਲ ਸਿੰਘ ਸਾਹਿਬ ਜੀ, ਅਸੀਂ ਕੋਈ ਦਰਸ਼ਨ ਨਹੀਂ ਕੀਤਾ ਔਰ ਕਿੰਨੇ ਦਹਾਕੇ ਹੋ ਗਏ ਨੇ ਉਹਨਾਂ ਨੂੰ ਸਰੀਰ ਅਲੋਪ ਕੀਤਿਆਂ। ਅੱਜ ਅਚਨਚੇਤ ਹੀ ਉਹਨਾਂ ਦੀ ਯਾਦ ਆ ਗਈ। ਸਾਰੇ ਜਹਾਨ ਵਿੱਚ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਉਹਨਾਂ ਦੀ ਹਾਜ਼ਰੀ ਲੱਗੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਦੀ ਇਹ ਮਹਿਮਾ ਹੈ, ਗਰੀਬ ਨਵਾਜ ਮਹਾਰਾਜ ਦੇ ਘਰ ਦੀ। ਤੇ ਉਹਨੂੰ ਕਿਸੇ ਖਬਰੀਏ ਨੇ ਖਬਰ ਦਿੱਤੀ ਕਿ ਮਹਾਰਾਜ ਦੇ ਘਰ ਤਿੰਨ ਕੇ ਆਵੇ ਭਏ ਤਿਆਰ, ਬੜੀ ਈਟਕਾਂ ਪਾਕੀ ਸਾਰ। ਕਿ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਘਰੇ ਆਵੇ ਤਿਆਰ ਹੋਏ ਨੇ, ਬੜੀਆਂ ਮੋਟੀਆਂ ਇੱਟਾਂ ਨੇ ਤੇ ਪੱਥਰ ਵਰਗੀਆਂ ਇੱਟਾਂ ਨੇ, ਮਜ਼ਬੂਤ ਲੋਹੇ ਵਰਗੀਆਂ। ਚੁੱਕ ਲਿਆਓ ਇੱਟਾਂ ਉੱਥੋਂ ਚੋਰੀ ਜਾਂ ਧੱਕੇ ਮੁੱਕੀ ਨਾਲ, ਸੇ ਅਨਵਾਏ ਲਿਓ ਇਸ ਥਾਨ। ਕਹਿੰਦੇ ਉਹ ਇੱਟਾਂ ਲਿਆ ਕੇ ਇੱਥੇ ਲਗਾ ਦਿਓ ਤੁਸੀਂ, ਸਰੈ ਕਾਰ ਤੁਮ ਰੋਹਿਤ ਠਾਨ। ਤੁਹਾਡਾ ਜਿਹੜਾ ਕਾਰਜ ਹੈ ਸਵਰ ਜਾਵੇਗਾ। ਤੁਹਾਡੇ ਭਲੇ ਦੀ ਗੱਲ ਕਰਦਾ ਹਾਂ ਮੈਂ। ਅਪਰ ਨਿਕਟ ਦ੍ਰਿਸ਼ਟੀ ਨਹਿ ਆਵੇ। ਹੋਰ ਆਸ-ਪਾਸ ਕਿਧਰੋਂ ਵੀ ਇੱਟਾਂ ਦੇ ਆਵੇ ਨਹੀਂ ਦਿਖਾਈ ਪੈਂਦੇ ਹਨ। ਦੂਰ ਹੋਏ ਤੋ ਕੌਣ ਸੋ ਲਿਆਵੇ। ਜੇ ਦੂਰ ਹੋਵੇ ਤੇ ਫਿਰ ਕੌਣ ਲੈ ਕੇ ਆਵੇ, ਕਿੱਥੋਂ ਨਹੀਂ ਮਿਲਣਗੀਆਂ ਇੱਟਾਂ ਤੁਹਾਨੂੰ। ਖੋਜਾ ਨੂਰਦੀਨ ਸੁਨ ਰਹਿਓ। ਉਸ ਵੇਲੇ ਖਵਾਜਾ ਨੂਰਦੀਨ ਨੇ ਜਦੋਂ ਇਹ ਭਜਨ ਸੁਣਿਆ, ਨਹੀਂ ਬਾਕ ਲਿਆਵਣ ਤਬ ਕਹਿਓ। ਸਿਆਸਤਦਾਨ ਬੰਦਾ ਸੀ, ਸਿਆਸਤਦਾਨ ਬੰਦਾ ਸਿੱਧੀ ਕੀਤੇ ਮੂੰਹ ਚੋਂ ਕੁਝ ਬੋਲਦਾ ਨਹੀਂ ਹੁੰਦਾ। ਇਹ ਕੁਛ ਬੋਲਿਆ ਨਾ, ਚੁੱਪ ਰਹਿਆ। ਪੁੱਤੋ ਅਮਾਨਤ ਖਾਨ ਪਠਾਨ। ਕਹਿੰਦੇ ਇਹਦਾ ਇੱਕ ਦੋਸਤ ਸੀਗਾ ਅਮਾਨਤ ਖਾਨ, ਉਹਦਾ ਨਾਮ ਸੀਗਾ। ਸੋ ਵੀ ਚਿਨਵਾਵਤ ਇੱਕ ਥਾਨ। ਕਹਿੰਦੇ ਉਹ ਵੀ ਇੱਕ ਜਗ੍ਹਾ ਤੇ ਆਪਣੇ ਨਾਂ ਦੀ ਸਰਾਂ ਬਣਾਉਂਦਾ ਸੀਗਾ। ਪੁੱਤੋ ਤਰਨ ਤਾਰਨ ਜੀ ਨੇਰੇ। ਤਰਨ ਤਾਰਨ ਸਾਹਿਬ ਦੇ ਬਿਲਕੁਲ ਨੇੜੇ ਸੀਗਾ। ਇੱਥੇ ਸਾਧ ਸੰਗਤ ਜੀ ਵੇਖੋ, ਗੁਰੂ ਕੇ ਅਸਥਾਨਾਂ ਦੇ ਨਾਲ ਸੰਬੰਧਿਤ ਜਿਹੜੇ ਸ਼ਹਿਰ ਨੇ, ਉਹਨਾਂ ਦਾ ਨਾਮ ਗੁਰੂ ਕੇ ਸਿੱਖ ਨੂੰ ਸਤਿਕਾਰ ਨਾਲ ਲੈਣਾ ਚਾਹੀਦਾ। ਪੁਰਾਣੇ ਗੁਰਸਿੱਖ ਜਿਹੜੇ ਨੇ ਅੱਜ ਵੀ ਸਿਦਕ ਵਾਲੇ, ਕਦੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅੰਮ੍ਰਿਤਸਰ ਨਹੀਂ ਕਹਿ ਦਿੰਦੇ।
ਅੰਮ੍ਰਿਤਸਰ ਨਾ, ਬਿਲਕੁਲ ਨਹੀਂ। ਅੰਮ੍ਰਿਤਸਰ ਸਾਹਿਬ ਕਹਿੰਦੇ ਨੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿਣਾ, ਕਦੀ ਪਟਨਾ ਨਹੀਂ ਕਹਿਣਾ, ਪਟਨਾ ਸਾਹਿਬ ਕਹਿਣਾ ਸਤਿਕਾਰ ਦੇ ਨਾਲ। ਇਸ ਸ਼ਹਿਰ ਕੋਈ ਆਮ ਨਹੀਂ ਹੈਗੇ। ਤਰਨ ਤਾਰਨ ਨਹੀਂ ਕਹਿਣਾ, ਤਰਨ ਤਾਰਨ ਸਾਹਿਬ ਕਹਿਣਾ ਹੈ। ਮੁਕਤਸਰ ਸਾਹਿਬ ਦੇ ਨਾਲ ਵੀ ਸਾਧ ਸੰਗਤ ਜੀ ਹੁਣ ਸਰਕਾਰੀ ਤੌਰ ਤੇ ਸ਼ਹਿਰ ਦੇ ਨਾਲ ਸਾਹਿਬ ਲੱਗਿਆ ਹੋਇਆ। ਫਤਿਹਗੜ੍ਹ ਸਾਹਿਬ ਦੇ ਨਾਲ ਵੀ ਸਾਹਿਬ ਲੱਗਿਆ ਹੋਇਆ। ਤੇ ਸਾਧ ਸੰਗਤ ਜੀ ਇਹ ਸ਼ਹਿਰ ਜਿਹੜੇ ਨੇ ਸਰਕਾਰਾਂ ਭਾਵੇਂ ਨੂੰ ਪਵਿੱਤਰ ਕਹਿਣ ਜਾਂ ਨਾ ਕਹਿਣ, ਗੁਰੂ ਕੇ ਸਿੱਖ ਦੇ ਵਾਸਤੇ ਇਹਨਾਂ ਤੋਂ ਪਵਿੱਤਰ ਕੋਈ ਸ਼ਹਿਰ ਨਹੀਂ ਹੈਗੇ। ਕਈ ਪੰਜਾਬ ਦੇ ਵਿੱਚ ਸਾਧ ਸੰਗਤ ਜੀ ਗੁਰੂ ਕੇ ਗੁਰਸਿੱਖ ਬਜ਼ੁਰਗ ਵਿਚਾਰੇ ਮਜ਼ਬੂਰ ਆ ਨਹੀਂ ਸਕਦੇ। ਉਹ ਕਹਿੰਦੇ ਜਦੋਂ ਪਟਨੇ ਤੋਂ ਆਉਂਦੇ ਆ ਤੇ ਉੱਥੋਂ ਮਿੱਟੀ ਲੈ ਆਇਆ ਕਰੋ, ਮਹਾਰਾਜ ਦੇ ਕਦਮਾਂ ਦੀ ਖਾਕ ਹੀ ਲੈ ਆਇਆ ਕਰੋ ਸਾਡੇ ਵਾਸਤੇ, ਜੋ ਵੀ ਸਾਨੂੰ ਮਿਲ ਜਾਵੇ ਤੇ ਸਾਡਾ ਭਲਾ ਹੋ ਜਾਵੇ। ਸਾਧ ਸੰਗਤ ਜੀ ਇੰਨਾ ਸਿਦਕ ਇਹਨਾਂ ਸ਼ਹਿਰਾਂ ਦੇ ਪ੍ਰਤੀ ਵੀ। ਸੋ ਜਿਹੜੇ ਬਾਬਾ ਰਾਮ ਸਿੰਘ ਜੀ ਝਾੜੂ ਵਾਲੇ ਹੋਏ ਨੇ, ਉਹ ਇਹਨਾਂ ਗਲੀਆਂ ਦੇ ਵਿੱਚ ਝਾੜੂ ਮਾਰਦੇ ਫਿਰਦੇ ਤੇ ਲੋਕਾਂ ਨੂੰ ਕਹਿੰਦੇ ਹੁੰਦੇ ਸੀਗੇ ਭਲਿਓ ਇਹਨਾਂ ਗਲੀਆਂ 'ਚ ਕਦੀ ਥੁੱਕੋ ਨਾ ਆਖੇ, ਇਹਨਾਂ ਗਲੀਆਂ 'ਚੋਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਸੁਗੰਧ ਆਉਂਦੀ ਹੈ। ਇਹ ਸ਼ਹਿਰ ਵੀ ਕੋਈ ਆਮ ਸ਼ਹਿਰ ਨਹੀਂ ਹੈਗੀ। ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਓ, ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਉਹ ਜਗ੍ਹਾ ਵੀ ਧਨ ਹੈ ਭਾਈ। ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਕਹਿਨ ਸੁਨਨ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ ਜਾਮੇ ਸੰਤ ਤੁਮਾਰੇ। ਉਹ ਜਗ੍ਹਾ ਵੀ ਪਵਿੱਤਰ, ਸ਼ਹਿਰ ਵੀ ਪਵਿੱਤਰ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਇਸ ਕਰਕੇ ਗੁਰੂ ਕਾ ਗੁਰਸਿੱਖ ਜਿਹੜਾ ਸਾਧ ਸੰਗਤ ਜੀ ਇਹਨਾਂ ਗੁਰੂ ਕੇ ਇਤਿਹਾਸਕ ਸੰਬੰਧਿਤ ਅਸਥਾਨਾਂ ਦੇ ਨਾਲ ਸਾਹਿਬ ਅਤੇ ਸਤਕਾਰ ਦੇ ਨਾਲ ਸ਼ਬਦ ਵਰਤੇ, ਮਹਾਰਾਜ ਦੇ ਪ੍ਰਤੀ ਮਨ ਵਿੱਚ ਭਾਵਨਾ ਬਣਦੀ ਹੈ ਤੇ ਲੋਕਾਂ ਨੂੰ ਵੀ ਪਤਾ ਚੱਲਦਾ ਅਸੀਂ ਮਹਾਰਾਜ ਦੇ ਪ੍ਰਤੀ ਕਿੰਨੀ ਭਾਵਨਾ ਰੱਖਦੇ ਹਾਂ। ਉਸ ਵੇਲੇ ਸਾਧ ਸੰਗਤ ਜੀ ਹੁਤੋ ਤਰਨ ਤਾਰਨ ਜੀ ਨੇੜੇ, ਤਰਨ ਤਾਰਨ ਸਾਹਿਬ ਜੀ ਦੇ ਨੇੜੇ ਇੱਕ ਨਗਰ ਸੀਗਾ, ਚਹਤ ਈਟਿਕਾ ਚਨਨ ਕਨੇਰੇ। ਉੱਥੇ ਉਹ ਇੱਟਾਂ ਦੇ ਨਾਲ ਬਹੁਤ ਭਾਰੀ ਚਣਾਈ ਕਰਨਾ ਚਾਹੁੰਦਾ ਸੀ। ਉਸ ਨਗਰ ਦਾ ਨਾਮ ਅੱਗੇ ਆ ਰਿਹਾ ਹੈ, ਗ੍ਰਾਮ ਨਰੰਗਾਬਾਦ ਮਝਾਰ। ਕਹਿੰਦੇ ਉਹਦਾ ਨਾਮ ਨਰੰਗਾਬਾਦ ਹੈ। ਰਾਹਕ ਬਸਤ ਧਨਾੜ ਉਦਾਰ। ਕਹਿੰਦੇ ਉੱਥੇ ਬਹੁਤ ਵੱਡੇ ਧਨਾੜ ਰਾਹਕ ਜ਼ਿਮੀਂਦਾਰ ਜਿਹੜੇ ਸਨ ਉਹ ਰਹਿੰਦੇ ਸਨ। ਇਸ ਕੋ ਬੂਜਨ ਕੀਨ ਪਠਾਨ। ਇਹ ਪਠਾਨ ਅਮਾਨਤ ਖਾਨ ਨੇ ਉਹਨਾਂ ਜ਼ਿਮੀਂਦਾਰਾਂ ਨੂੰ ਪੁੱਛਿਆ ਹੈ ਕਿਤ ਤੇ ਆਏ ਈਟਿਕਾ ਪਾਨ। ਕਹਿੰਦੇ ਮੈਨੂੰ ਦੱਸੋ ਮੈਨੂੰ ਇੱਟਾਂ ਕਿੱਥੋਂ ਕਿਵੇਂ ਪ੍ਰਾਪਤ ਹੋਣ। ਮੈਂ ਸਰਾਏ ਅਬ ਲਾਗ ਬਨਾਵਨ। ਮੈਂ ਹੁਣ ਸਰਾਂ ਬਣਾਉਣ ਲੱਗਾ ਹਾਂ ਆਪਣੇ ਨਾਮ ਤੇ। ਪਾਤ ਸਹਾ ਕੀ ਨਸ ਫਰਮਾਨ। ਕਿਉਂਕਿ ਜਹਾਂਗੀਰ ਦਾ ਸਾਡੇ ਤਾਈਂ ਹੁਕਮ ਹੋਇਆ ਹੈ। ਸਭ ਉਮਰਾਵਨ ਕੋ ਦੀਏ ਤਾਂ। ਕਹਿੰਦੇ ਸਾਰੇ ਉਮਰਾਵਾਂ ਨੂੰ ਨੇ ਥਾਂ ਦਿੱਤੀ ਹੋਈ ਹੈ ਸਰਾਵਾਂ ਬਣਾਉਣ ਵਾਸਤੇ। ਨਿਜ ਨਾਮਨ ਪਰ ਕਰਹਿ ਮਕਾਨ। ਉਹ ਆਪੋ ਆਪਣੇ ਨਾਮ ਤੇ ਮਕਾਨ ਬਣਾਉਂਦੇ ਨੇ, ਸਰਾਵਾਂ ਬਣਾਉਂਦੇ ਨੇ, ਮੈਂ ਵੀ ਬਣਾਉਣੀਆਂ ਹਨ। ਨੂਰਦੀਨ ਖੋਜੇ ਢਿਗ ਜਾਏ। ਤੂੰ ਜਾ ਖਵਾਜਾ ਨੂਰਦੀਨ ਦੇ ਪਾਸ ਜਾ। ਦੇਹ ਈਟ ਕੈ ਦੇਹ ਬਤਾਏ। ਉਹਨੂੰ ਪੁੱਛ ਕਿ ਇੱਟਾਂ ਕਿਵੇਂ ਪ੍ਰਾਪਤ ਹੋਣਗੀਆਂ। ਸੁਨਤ ਚੌਧਰੀ ਕਰ ਅਹਲਾਦ। ਸੁਣ ਕਰਕੇ ਚੌਧਰੀ ਜ਼ਿਮੀਂਦਾਰ ਬਹੁਤ ਪ੍ਰਸੰਨ ਹੋਇਆ। ਗ੍ਰਾਮ ਜੁਬਸੈ ਨੁਰੰਗਾਬਾਦ। ਜੋ ਨਰੰਗਾਬਾਦ ਦਾ ਰਹਿਣ ਵਾਲਾ ਸੀਗਾ। ਇਸ ਕੈ ਆਏ ਈਟ ਕਾ ਹੱਥ। ਉਹਨੇ ਜਾਣਿਆ ਕਿ ਇਹਦੇ ਪਾਸੋਂ ਭਾਵ ਨੂਰਦੀਨ ਦੇ ਪਾਸੋਂ ਇੱਟਾਂ ਜਿਹੜੀਆਂ ਨੇ ਮੇਰੇ ਹੱਥ ਆ ਜਾਣਗੀਆਂ। ਮੈਂ ਪੀ ਲੇਉ ਇੱਛਤ ਸਾਥ। ਤੇ ਮੈਂ ਵੀ ਇੱਟਾਂ ਜਿਹੜੀਆਂ ਨੇ ਨੂਰਦੀਨ ਦੇ ਨਾਲ ਹੀ ਪ੍ਰਾਪਤ ਕਰ ਲਵਾਂਗਾ। ਸੁਨ ਕੈ ਨੂਰਦੀਨ ਟਿਕ ਗਇਓ। ਸੁਣ ਕਰਕੇ ਉਹ ਚੌਧਰੀ ਜਿਹੜਾ ਸੀ ਨੂਰਦੀਨ ਦੇ ਪਾਸ ਨੂਰਦੀਨ ਦੀ ਸਰਾਂ ਆਇਆ ਹੈ। ਜਹਾਂ ਸਰਾਏ ਚਿਨਾਵਤ ਭਇਓ। ਜਿੱਥੇ ਉਹ ਸਰਾਂ ਬਣਾਉਂਦਾ ਸੀਗਾ ਨੂਰਦੀਨ ਉੱਥੇ ਜਾ ਪਹੁੰਚਿਆ ਹੈ। ਕਹੀ ਅਮਾਨਤ ਖਾਂ ਕੀ ਬਾਤ। ਅਮਾਨਤ ਖਾਨ ਦੀ ਸਾਰੀ ਗੱਲ ਜਾ ਕੇ ਦੱਸੀ ਹੈ। ਸੁਣ ਕੇ ਬੋਲਿਓ ਸਭ ਮੁਸਕਾਤ। ਕਹਿੰਦੇ ਸੁਣ ਕਰਕੇ ਥੋੜਾ ਜਿਹਾ ਮੁਸਕਰਾ ਕੇ ਤੇ ਨੂਰਦੀਨ ਬੋਲਿਆ। ਕੀ ਬੋਲਿਆ ਹੈ? ਹਮਕੋ ਤੁਮ ਤੇ ਚਾਹੇ ਕਨੇਰੀ। ਨੂਰਦੀਨ ਨੂੰ ਕਹਿਣ ਲੱਗਾ ਕਿ ਸਾਨੂੰ ਤੁਹਾਡੇ ਤਾਈਂ ਇੱਕ ਬਹੁਤ ਵੱਡੀ ਖਾਹਿਸ਼ ਹੈ। ਹਮਕੋ ਤੁਮ ਤੇ ਚਾਹੇ ਕਨੇਰੀ। ਹਾਂ ਸਾਡੇ ਮਨ ਵਿੱਚ ਤੁਹਾਡੇ ਪ੍ਰਤੀ ਬਹੁਤ ਵੱਡੀ ਖਾਹਿਸ਼ ਹੈ, ਇੱਛਾ ਹੈ। ਕਰ ਹੈ ਟੋਰ ਬਹੁਤ ਥਾਨ ਨਹੇਰੀ। ਬਹੁਤ ਥਾਵਾਂ ਤੇ ਅਸਾਂ ਨੇ ਟੋਲਿਆ ਹੈ ਲੇਕਿਨ ਕਿਧਰੋਂ ਵੀ ਇੱਟਾਂ ਨਹੀਂ ਪ੍ਰਾਪਤ ਹੋਈਆਂ ਹਨ। ਸ੍ਰੀ ਅਰਜਨ ਗੁਰ ਹਿੰਦ ਵਿਸਾਰ। ਹਿੰਦੂਆਂ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੋ ਕਰ ਵਾਰਤ ਇਹ ਠਾਂ ਤਾਲ। ਉਹ ਇੱਥੇ ਬਹੁਤ ਵੱਡਾ ਸਰੋਵਰ ਬਣਾਉਂਦੇ ਨੇ ਤੇ ਉਹਨਾਂ ਦੇ ਪਾਸ ਬਹੁਤ ਵੱਡੇ ਆਵੇ ਹਨ। ਉਥੋਂ ਅਸੀਂ ਇੱਟਾਂ ਪ੍ਰਾਪਤ ਕਰ ਲਈਏ, ਖੋਖ ਸੱਟ ਲਈਏ, ਉਹਨਾਂ ਦੀ ਸੇਵਾ ਰੁਕ ਜਾਵੇਗੀ, ਸਾਡਾ ਕੰਮ ਹੋ ਜਾਵੇਗਾ। ਇੱਥੇ ਸਾਧ ਸੰਗਤ ਜੀ ਸਮਾਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਤੇ ਪ੍ਰਕਰਨ ਵੀ ਕਰੀਬਨ ਆਪਣੀ ਮੰਜ਼ਿਲ ਤੇ
ਲੜੀ ਦੀ ਅਗਲੀ ਕਥਾ ਅਗਲੇ ਦੀਵਾਨਾਂ ਵਿੱਚ ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਗੁਰੂ ਇਤਿਹਾਸ ਦੀ ਲੜੀਵਾਰ ਵਿਚਾਰ ਕਥਾ ਕਰਦੇ ਹਾਂ। ਕੋਈ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਦੀ क्षमा ਅੱਗੇ ਤੋਂ ਸਮਾਧ ਦੇਣੀ ਜੀ। ਗਰੀਬ ਨਵਾਜ ਮਹਾਰਾਜ ਦੇ ਘਰੇ ਤਖਤ ਸਾਹਿਬ ਜੀ ਤੇ ਅਨੰਤ ਪ੍ਰਕਾਰ ਦੀਆਂ ਸੇਵਾਵਾਂ ਗਰੀਬਾਂ ਮੁਫਲਿਸਾਂ ਮਜਬੂਰਾਂ ਮਜ਼ਦੂਰਾਂ ਦੇ ਵਾਸਤੇ ਚੱਲ ਰਹੀਆਂ ਨੇ। ਗੁਰੂ ਕੇ ਗੁਰਸਿੱਖ ਆਪਣਾ ਦਸਵੰਧ ਪਾ ਕੇ ਆਪਣੇ ਸਮੇਂ ਸਵਾਸ ਨੂੰ ਦਸਵੰਧ ਨੂੰ ਸਫਲ ਕਰਦੇ ਨੇ। ਹੋਰ ਵੀ ਕਰੋ ਤੇ ਰਸੀਦ ਜਿਹੜੀ ਹੈ ਉਹ ਹਰ ਹਾਲਤ ਵਿੱਚ ਜ਼ਰੂਰ ਪ੍ਰਾਪਤ ਕਰੋ। ਉਹਦੇ ਤੋਂ ਬਿਨਾਂ ਸਾਧ ਸੰਗਤ ਜੀ ਖੇਡ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਸੇਵਾਵਾਂ ਭੇਟਾਵਾਂ ਘਰ ਦਰ ਪ੍ਰਵਾਨ ਕਰਨ। ਲੇਖੈ ਗਣਤ ਨਾ ਛੂਟੀ ਹੈ ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਹਮਕੋ ਤੁਮ ਤੇ ਛਾਹੇ ਕਨੇਰੀ, ਕਰਹਿ ਟੋਰ ਬੋਥਾ ਨਨਹੇਰੀ। ਸ੍ਰੀ ਅਰਜਨ ਗੁਰ ਹਿੰਦ ਵਿਸਾਲ, ਸੋ ਕਰਵਾਵਤ ਇਹ ਠਾਂ ਤਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।